ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਨਦਰ ਕਰਨੀ ਪਾਤਸ਼ਾਹ ਦਰਵੇਸ਼, ਧੰਨ ਗੁਰੂ ਨਾਨਕ ਸਾਹਿਬ ਹਜ਼ੂਰ। ਭੂਲ ਛਿਮੋ ਹਮਰੀ ਪ੍ਰਭਾਪਨ, ਭੂਲਨਹਾਰ ਕਹਾਂ ਕੋ ਮੋਸੋ। मिल जगदीश मिलन की बरिया, कृपा करो दीन के दाते। वाहिगुरु जी का खालसा, वाहिगुरु जी की फतेह। आसा दी वार दी बाणी दे असी दर्शन कुछ चिर तो कर रहे हैं। अज 10वीं पौड़ी दे असी दर्शन विचारने ने। महाराज दे बाणी दी विचार करदे मन दे विच अक्स पैंदा है, मन कुछ निर्मल होना शुरू होंदा है। बाणी नाल सांझ पा के गुरु नूं मिलण दा एक रस्ता खुलदा है, हजूर नूं जानण दा रस्ता खुलदा है। जो साहिब कह रहे हैं, जो सत प्रगट हो रहा है, वो महाराज बाणी दे जरिए सानू भेज रहे हैं। जीवन नूं जानण दा एक तरीका, जीवन दी उलझना कन्फ्यूजनस, दुख नूं समझण दे एक तरीका बाणी नूं विचारना है। सब ते उत्तम हर की कथा, नाम सुनत दर्द दुख लथा। यह कथा निराली है, अलखदी है, अदृश्यदी है, पर साडे तो जितनी नेड़े है असी उसनूं उतना ही दूर समझते हाँ। जिस जीवन नूं असी रोज़ जी रहे हाँ, जिहदे विच साडा जीवन रोज़ बह रहा है, असी उसे नूं नहीं जानते कि की नेचर है इस जीवन दा। आसा दी वार दी इस बाणी दे विच साहिब ने बहुत कुछ समझाया है, और अज दी इस पौड़ी दे विच भी सत दा शिखर छूंदे होए महाराज वो विचार प्रगट कर रहे हैं, जिन्हां नाल असी अपने मन नूं पलट सकते हाँ, जीवन नूं पलट सकते हाँ, बहंदे दरिया नूं थम सकते हाँ, एक नवीं चाल जीवन विच आ सकती है अगर इसनूं पूरी तरह ग्रहण करिए। तां कोई वीर भैन इस पदे नूं पढ़ दे, फिर असी इहदे विचार च उतरते हाँ। बहुत बहुत धन्यवाद। वाहिगुरु जी। श्लोक महला पहला। कूड़ राजा कूड़ प्रजा, कूड़ सब संसार, कूड़ मंडप कूड़ माड़ी, कूड़ बैसण हार, कूड़ सोयना कूड़ रूपा, कूड़ पहनण हार, कूड़ काया कूड़ कपड़, कूड़ रूप अपार, कूड़ मियाँ कूड़ बीबी, खप होए खार, कूड़ कूड़ा नेह लगा, विसरिया करतार, किस नाल कीचै दोस्ती, सब जग चलण हार, कूड़ मिठा कूड़ माखियो, कूड़ डोबे पूर, नानक वखाणै बेनती, तुद बाज कूड़ो कूड़। महला पहला। सच ता पर जानिए, जा हृदय सच्चा होए, कूड़ की मल उतरै, तन करे हच्छा तोए। सच ता पर जानिए,
ਜਾਂ ਸੱਚ ਧਰੇ ਪਿਆਰ। ਨਾਉ ਸੁਣ ਮਨ ਰੈਸੀਏ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੈ ਜੀਓ। ਤਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ। ਦਿਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੋ ਪੁੱਛ ਕੈ ਪੈ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ। ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਪੌੜੀ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ। ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲਖ ਧਿਆਈਐ। ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ। ਜੇ ਹੋਵੈ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ। ਮਤ ਥੋੜੀ ਸੇਵ ਗਵਾਈਐ। ਮਤ ਥੋੜੀ ਸੇਵ ਗਵਾਈਐ। ਵਾਹਿਗੁਰੂ ਜੀ। ਧੰਨਵਾਦ ਵੀਰ। ਵਾਹਿਗੁਰੂ ਜੀ। ਇਸ ਪੌੜੀ ਦੇ ਧਿਆਨ ਔਰ ਦਰਸ਼ਨ ਵਿੱਚ ਦੋ ਭਾਵ ਸਾਹਮਣੇ ਪ੍ਰਮੁੱਖ ਰੂਪ ਵਿੱਚ ਆਉਂਦੇ ਹਨ। ਜਿਸ ਨੂੰ ਅਸੀਂ ਸਭ ਤੋਂ ਜ਼ਰੂਰੀ ਚੀਜ਼ ਸਮਝਦੇ ਹਾਂ ਜੀਵਨ ਵਿੱਚ, ਔਰ ਜਿਸ ਨੂੰ ਅਸੀਂ ਸਭ ਤੋਂ ਡਰਾਵਨੀ ਚੀਜ਼ ਸਮਝਦੇ ਹਾਂ, ਉਹ ਹੈ ਕਿ ਜੀਵਨ ਮੈਨੂੰ ਲੱਗਦਾ ਹੈ, ਸਾਰਿਆਂ ਨੂੰ ਲੱਗਦਾ ਹੈ, ਸਭ ਤੋਂ ਜ਼ਰੂਰੀ ਹੈ ਔਰ ਸਭ ਤੋਂ ਡਰਾਵਨਾ ਮੌਤ ਹੈ। ਇਹ ਅਸੀਂ ਸੋਚਦੇ ਹਾਂ। ਗੁਰੂ ਕੀ ਕਹਿੰਦਾ ਹੈ? ਦਰਅਸਲ ਜੀਵਨ ਦਾ ਜੋ ਟੈਕਸਚਰ ਹੈ, ਜੋ ਨੇਚਰ ਹੈ, ਜੋ ਸੁਭਾਅ ਹੈ, ਉਹ ਅਸੀਂ ਅਧੂਰੇਪਨ ਤੋਂ ਜਾਣਦੇ ਹਾਂ, ਪੂਰੀ ਤਰ੍ਹਾਂ ਨਹੀਂ ਜਾਣਦੇ। ਤਾਂ ਫਿਰ ਅਸੀਂ ਉਹਨਾਂ ਚੀਜ਼ਾਂ ਨੂੰ ਇੰਪੋਰਟੈਂਸ ਦਿੰਦੇ ਹਾਂ ਜਿਹੜੀ ਚੀਜ਼ਾਂ ਸਾਨੂੰ ਲੱਗਦੀਆਂ ਹਨ ਕਿ ਬਹੁਤ ਜ਼ਰੂਰੀ ਹਨ। ਪਰ ਇੱਥੇ ਮੈਨੂੰ ਲੱਗਦਾ ਹੈ ਕਿ ਅਸੀਂ ਜੀਵਨ ਨੂੰ ਪੂਰੀ ਤਰ੍ਹਾਂ ਜਾਣ ਨਹੀਂ ਸਕੇ। ਗੁਰੂ ਜੀਵਨ ਬਾਰੇ ਕੁਝ ਹੋਰ ਕਹਿ ਰਿਹਾ ਹੈ ਔਰ ਬਾਰ-ਬਾਰ ਕਹਿ ਰਿਹਾ ਹੈ, ਅਸੀਂ ਫਿਰ ਵੀ ਨਹੀਂ ਸੁਣ ਸਕ ਰਹੇ। ਜਪਜੀ ਸਾਹਿਬ ਦੀ ਇੱਕ ਪੌੜੀ ਜਦੋਂ ਮੰਨਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਸੁਣਨ ਦੀ ਗੱਲ 4 ਪੌੜੀਆਂ 'ਚ ਕੀਤੀ ਹੈ, ਤਾਂ ਭਾਵ ਉੱਠਦਾ ਹੈ ਕਿ ਸੁਣਨ ਦੀ ਪੌੜੀ 'ਤੇ ਇਤਨਾ ਜ਼ੋਰ ਕਿਉਂ ਦਿੱਤਾ ਹੈ ਮਹਾਰਾਜ ਨੇ? ਇੱਕੋ ਗੱਲ ਕਹੀ ਜਾਏ 4 ਲੋਕਾਂ ਵਿੱਚ ਤਾਂ ਚਾਰੋਂ ਉਸ ਨੂੰ ਅਲੱਗ-ਅਲੱਗ ਤਰ੍ਹਾਂ ਸੁਣਦੇ ਹਨ। ਤਾਂ ਕੀ ਉਹ 4 ਗੱਲਾਂ ਨੇ ਜਾਂ ਉਹ ਇੱਕ ਹੀ ਗੱਲ ਹੈ? ਇੱਕ ਗੱਲ 4 ਰੂਪਾਂ ਵਿੱਚ ਪ੍ਰਗਟ ਹੋਏਗੀ, 4 ਮਨਾਂ ਵਿੱਚ। ਗੱਲ ਤਾਂ ਇੱਕੋ ਹੀ ਹੈ। ਸ਼ਾਇਦ ਗੁਰੂ ਨੇ ਵੀ ਇੱਕ ਹੀ ਗੱਲ ਕਹੀ ਹੈ, ਪਰ ਅਸੀਂ ਸੁਣ ਕੁਝ ਹੋਰ ਰਹੇ ਹਾਂ ਔਰ ਜੋ ਅਸੀਂ ਸੁਣਦੇ ਹਾਂ ਉਹੀ ਅਸੀਂ ਗ੍ਰਹਿਣ ਕਰਦੇ ਹਾਂ ਔਰ ਉਸੇ ਤਰ੍ਹਾਂ ਫਿਰ ਮਨ ਟੁਰਦਾ ਹੈ ਸਾਡਾ। ਇਹ ਕੋਈ ਫੋਰਸ ਨਹੀਂ ਕਰ ਸਕਦਾ, ਇਹਦੇ 'ਚ ਜ਼ੋਰ ਨਹੀਂ ਹੈ। ਮਨ ਦੀ ਸੁਣਨ ਦੀ ਕੁਆਲਿਟੀ ਜਾਂ ਮੇਰੀ ਸੁਣਨ ਦੀ ਕੁਆਲਿਟੀ ਮੇਰੇ ਲਾਈਫ ਦੇ ਐਕਸਪੀਰੀਅੰਸ ਤੋਂ ਬਣਦੀ ਹੈ। ਔਰ ਮੇਰਾ ਲਾਈਫ ਦਾ ਐਕਸਪੀਰੀਅੰਸ ਕੀ ਕਹਿ ਰਿਹਾ ਹੈ ਕਿ ਜੀਵਨ ਵਿੱਚ ਆਉਣਾ ਹੀ ਜੀਵਨ ਹੈ ਔਰ ਇੱਥੇ ਚਲੇ ਜਾਣਾ ਜੀਵਨ ਨਹੀਂ ਹੈ। ਜੀਵਨ ਖਤਮ ਹੋ ਰਿਹਾ ਹੈ। ਪਰ ਕੀ ਇਹ ਅਸੀਂ ਸੱਚ ਜਾਣਦੇ ਹਾਂ ਇਸ ਗੱਲ ਨੂੰ? ਕੀ ਗੁਰੂ ਇਸ ਨੂੰ ਸੱਚ ਜਾਣਦਾ ਹੈ? ਗੁਰੂ ਇਸ ਬਾਰੇ ਕੀ ਕਹਿੰਦਾ ਹੈ ਜੀਵਨ ਬਾਰੇ? ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚੋਂ 2 ਗੱਲਾਂ ਪ੍ਰਮੁੱਖ ਤੌਰ 'ਤੇ ਪ੍ਰਗਟ ਹੁੰਦੀਆਂ ਹਨ।
ਸੱਚ ਸ਼ਬਦ ਗੁਰੂ ਸਾਹਿਬ ਨੂੰ ਬਹੁਤ ਪ੍ਰਿय ਹੈ। ਨਿਰੰਕਾਰ ਲਈ ਸਾਹਿਬ ਨੇ ਸ਼ਬਦ ਵਰਤਿਆ ਹੈ ਤੇ ਉਹ ਸੱਚ ਵਰਤਿਆ ਹੈ, ਸਤਨਾਮ। ਔਰ ਇਸ ਸਾਰੇ ਜੀਵਨ ਦੇ ਵਿੱਚ ਕਰਨ ਕੀ ਆਏ ਹਾਂ ਅਸੀਂ, ਗੁਰੂ ਸਾਹਿਬ ਜਪਜੀ ਸਾਹਿਬ ਵਿੱਚ ਡਿਫਾਈਨ ਕਰਦੇ ਹੈ ਕਿ ਸੱਚਿਆਰਾ ਹੋਈਏ। ਅਸੀਂ ਸੱਚੇ ਨੂੰ ਕਿਵੇਂ ਜਾਣ ਲਵਾਂਗੇ, ਕਿਵੇਂ ਜੀਵਨ ਵਿੱਚ ਉਹ ਸੱਚ ਉਤਰ ਜਾਏਗਾ। ਔਰ ਫਿਰ ਨਾਲ ਉਹਦੇ ਸਾਹਮਣੇ ਇੱਕ ਕੁਆਲਿਟੇਟਿਵ ਡਿਫਰੈਂਸ ਦੀ ਗੱਲ ਕਰਦੇ ਹਨ। ਕਿਵੇਂ ਸੱਚਿਆਰਾ ਹੋਈਏ, ਕਿਵੇਂ ਕੂੜੇ ਟੁੱਟੇ ਪਾਲ, ਕਿਵੇਂ ਕੂੜ ਦੀ ਪਾਲ, ਝੂਠ ਦੀ ਦੀਵਾਰ, ਝੂਠ ਦਾ ਪਰਦਾ ਕਿਵੇਂ ਗਿਰੇਗਾ। ਸਾਰੀ ਗੱਲ ਇੱਥੇ ਖੜੀ ਹੋ ਗਈ ਹੈ ਆ ਕੇ। ਇਹ ਦੋ ਪੱਖ ਜਿਵੇਂ ਜੀਵਨ ਦੇ ਹੋਣ, ਇੱਕ ਸੱਚ ਹੈ ਔਰ ਇੱਕ ਕੂੜ ਹੈ। ਇਹਦੇ ਵਿੱਚ ਜੀਵਨ ਦਾ ਕੀ ਰਿਲੇਸ਼ਨਸ਼ਿਪ ਹੈ, ਮੇਰੀ ਲਾਈਫ ਦਾ ਕੀ ਰਿਲੇਸ਼ਨਸ਼ਿਪ ਹੈ, ਮੈਂ ਸ਼ਾਇਦ ਹਾਲੇ ਤੱਕ ਜਾਣ ਨਹੀਂ ਪਾਇਆ। ਕਿਉਂਕਿ ਜਿਸ ਤਰ੍ਹਾਂ ਦੇ ਮੈਂ ਕੁਐਸਚਨਸ ਲਾਈਫ ਬਾਰੇ ਪੁੱਛ ਰਿਹਾ ਹਾਂ, ਉਹਨਾਂ ਦਾ ਸੱਚ ਨਾਲ ਕੀ ਰਿਲੇਸ਼ਨਸ਼ਿਪ ਹੈ। ਕਿ ਮੈਂ ਅੱਜ ਤੱਕ ਸੱਚ ਬਾਰੇ ਕੁਝ ਪੁੱਛਿਆ ਹੈ? ਇਹ ਸੱਚ ਕਿਵੇਂ ਮਿਲੇਗਾ? ਇਹ ਸੱਚ ਦਾ ਨੇਚਰ ਕੀ ਹੈ? ਇਹ ਕੂੜ ਕਿੱਥੇ ਹੈ? ਕੋਰ ਕੁਐਸਚਨ ਤਾਂ ਇਹ ਹੈ ਗੁਰੂ ਸਾਹਿਬ ਦਾ, ਮੇਰੇ ਜੀਵਨ ਦਾ ਬਹਾਵ ਕੀ ਹੈ, ਮੈਨੂੰ ਸੁੱਖ ਕਿਵੇਂ ਮਿਲੇਗਾ, ਕਿਵੇਂ ਕੋਈ ਨੁਕਸਾਨ ਨਹੀਂ ਹੋਏਗਾ, ਕਿਵੇਂ ਕੋਈ ਵਿਛੋੜਾ ਨਹੀਂ ਹੋਏਗਾ। ਮੇਰੇ ਕੋਰ ਕੁਐਸਚਨਸ ਤਾਂ ਉਸ ਪਾਸੇ ਨੂੰ ਜਾ ਰਹੇ ਹਨ। ਇਹ ਪੌੜੀ ਦੇ ਵਿੱਚ ਕਈ ਪੰਕਤੀਆਂ ਪੜ੍ਹ ਕੇ ਮਨ ਖਲੋ ਜਾਂਦਾ ਹੈ, ਵਿਚਾਰ ਵੀ ਨਹੀਂ ਕਰਨੀ ਬਣਦੀ, ਇੱਕ ਸਤੋਰੀ ਜੀ ਬਣ ਜਾਂਦੀ ਹੈ ਮਨ ਵਿੱਚ। ਝੁਕ ਜਾਂਦਾ ਹੈ ਮਨ ਗੁਰੂ ਸਾਹਿਬ ਅੱਗੇ। ਉਸ ਵਿਚਾਰ ਦੀ ਗੱਲ ਛੇੜਦੇ ਪਏ ਹੈ, ਜਿਸ ਵਿਚਾਰ ਨੂੰ ਅਸੀਂ ਆਪਣੇ ਮਨ ਵਿੱਚ ਪ੍ਰਗਟ ਨਹੀਂ ਕਰ ਰਹੇ। ਸ਼ਾਇਦ ਅਸੀਂ ਚੂਕ ਰਹੇ ਹਾਂ, ਫੋਕਸ ਤੋਂ ਚੂਕ ਰਹੇ ਹਾਂ। ਦੇਖਣਾ ਕਿਸੇ ਹੋਰ ਪਾਸੇ ਹੈ, ਦੇਖ ਕਿਧਰੇ ਹੋਰ ਰਹੇ ਹਾਂ। ਗੁਰੂ ਨੇ ਇਸ ਪੌੜੀ ਦੇ ਵਿੱਚ ਇੱਕ ਸ਼ਬਦ ਵਰਤਿਆ ਹੈ, ਲਾਲਚ। ਮੈਨੂੰ ਲੱਗਦਾ ਹੈ ਇਹ ਸਾਡੇ ਜੀਵਨ ਦਾ ਨੇਚਰ ਹੈ, ਕੂੜ ਦਾ ਲਾਲਚ। ਕਮਾਲ ਦੇ ਸ਼ਬਦ ਹਨ, ਕੂੜ ਦਾ ਲਾਲਚ। ਗੁਰੂ ਕਹਿ ਰਹੇ ਹਨ, ਕੂੜ ਦੇ ਲਾਲਚ ਨੂੰ ਛੱਡ ਦੇ, ਸੱਤ ਤੇਰੇ ਆਲੇ ਦੁਆਲੇ ਘੁੰਮਦਾ ਹੈ, ਤੂੰ ਦੇਖ ਨਹੀਂ ਰਿਹਾ। ਇੱਕ ਮਨ ਅਲਖ ਤੇ ਆਈਏ। ਦਰਅਸਲ ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਬਹੁਤ ਡੂੰਘੀ ਗੱਲ ਵਿਚਾਰ ਕੇ ਸਾਹਮਣੇ ਰੱਖਦੀ ਹੈ। ਅਸੀਂ ਇਹਨੂੰ ਪੜ੍ਹ ਲੈਂਦੇ ਹਾਂ ਔਰ ਟ੍ਰੇਨ ਵਾਂਗ ਆਪਣੇ ਮਨ ਵਿੱਚ ਰਟਾ ਤੋੜਨ ਦੇ ਨਾਲ ਇਹਦੇ ਚੋਂ ਨਿਕਲ ਜਾਂਦੇ ਹਾਂ। ਪਰ ਬਾਣੀ ਤਾਂ ਲਾਈਫ ਚੇਂਜਿੰਗ ਹੈ ਔਰ ਮੇਰੇ ਜੀਵਨ ਦੇ ਦੁੱਖ ਔਰ ਸੁੱਖ ਦੇ ਨਾਲ ਇਹਦਾ ਡਾਇਰੈਕਟ ਰਿਲੇਸ਼ਨਸ਼ਿਪ ਹੈ। ਪਰ ਮੈਂ ਇਹਨੂੰ ਸਮਾਂ ਨਹੀਂ ਦੇ ਪਾ ਰਿਹਾ, ਮੈਂ ਕੂੜ ਦਾ ਲਾਲਚ ਕਰਦਾ ਹਾਂ। ਦੂਸਰੀ ਗੱਲ ਜਿਹੜੀ ਮੇਰੇ ਸਾਹਮਣੇ ਆ ਰਹੀ ਹੈ ਹੁਣ, ਕਿ ਕੂੜ ਦੀ ਗੱਲ ਔਰ ਸੱਚ ਦੀ ਗੱਲ ਤਾਂ ਇੱਕ ਪਾਸੇ ਹੈ, ਪਰ ਮੈਂ ਦੇਖ ਕੀ ਰਿਹਾ ਹਾਂ। ਜੇ ਕੋਈ ਜਣਾ ਤੁਰਦਾ ਹੋਇਆ ਦੀਵਾਰ ਦੇ ਵਿੱਚ ਟਕਰਾ ਜਾਂਦਾ ਹੈ ਅੱਖਾਂ ਖੋਲ੍ਹ ਕੇ, ਔਰ ਫਿਰ ਕਹਿੰਦਾ ਹੈ ਕਿ ਦੇਖੋ ਦੀਵਾਰ ਨੇ ਮੈਨੂੰ ਮਾਰ ਦਿੱਤਾ, ਮੈਨੂੰ ਦਰਦ ਹੋ ਰਿਹਾ ਹੈ, ਤਾਂ ਉਹਦੇ ਬਾਰੇ ਕੀ ਕਵਾਂਗੇ ਅਸੀਂ? ਜੋ ਵੀ ਅਸੀਂ ਕਵਾਂਗੇ ਉਹ ਸਾਨੂੰ ਆਪਣੇ ਆਪ ਨੂੰ ਕਹਿਣਾ ਚਾਹੀਦਾ ਹੈ, ਕਿਉਂਕਿ ਅਸੀਂ ਜੀਵਨ ਨਾਲ ਇਸੇ ਤਰ੍ਹਾਂ ਹੀ ਡੀਲ ਕਰ ਰਹੇ ਹਾਂ। ਅਸੀਂ ਜੀਵਨ ਨੂੰ ਜਾਣੇ ਬਿਨਾਂ ਉਹ ਕੁਝ ਕਰ ਰਹੇ ਹਾਂ ਜਿਹਦੇ ਨਾਲ ਸਾਡੇ ਨਾਲ ਦੁੱਖ ਵਰਤੇਗਾ, ਔਰ ਫਿਰ ਅਸੀਂ ਕਹਿੰਦੇ ਹਾਂ ਦੁੱਖ ਵਰਤ ਰਿਹਾ ਹੈ। ਕਰ ਤਾਂ ਉਹੀ ਰਹੇ ਹਾਂ ਜਿਹਦੇ ਨਾਲ ਦੁਖੀ ਹੋਵਾਂਗੇ, ਪਰ ਫਿਰ ਦੁੱਖ ਨੂੰ ਅਵੋਇਡ ਕਰਨਾ ਚਾਹੁੰਦੇ ਹਾਂ। ਬਾਣੀ ਕਹਿੰਦੀ ਹੈ, ਦੇਖੋ ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਐ ਨਿਆਓ। ਕਿ ਬੀਜ ਤਾਂ ਜ਼ਹਿਰ ਦੇ ਭਾਰਿਆ ਹੈ, ਪਰ ਮੰਗਦਾ ਅੰਮ੍ਰਿਤ ਹੈ। ਇਹ ਕਿਹੋ ਜਿਹਾ ਨਿਆਓ ਹੈ? ਆਸਾ ਦੀ ਵਾਰ ਦੀ ਕੁਝ
ਪੌੜੀਆਂ ਪਹਿਲੇ ਸਾਹਿਬ ਨੇ ਸੱਚ ਦੀ ਗੱਲ ਕੀਤੀ ਸੀ ਕਿ ਦੁਨੀਆ ਵਿੱਚ ਸੱਚ ਵਰਤਦਾ ਹੈ, ਔਰ ਅੱਜ ਕੂੜ ਦੀ ਗੱਲ ਔਰ ਸੱਚ ਦੀ ਗੱਲ ਦੋਨਾਂ ਦੀ ਕਰਦੇ ਹਨ। ਗੁਰੂ ਨੂੰ ਦੁਨੀਆ ਵਿੱਚ ਸੱਚ ਦਿਖਦਾ ਹੈ, ਗੁਰੂ ਦੇ ਦਰਸ਼ਨ ਵਿੱਚ ਸੱਚ ਹੈ, ਪਰ ਮੇਰੇ ਮਨ ਵਿੱਚ ਕੀ ਵਰਤ ਰਿਹਾ ਹੈ, ਅੱਜ ਮਹਾਰਾਜ ਉਹ ਗੱਲ ਚਲਾ ਰਹੇ ਹਨ ਮੇਰੇ ਨਾਲ। ਕਿਵੇਂ ਆਜ਼ਾਦ ਹੋ ਸਕਦੇ ਹਾਂ ਦੁੱਖ ਤੋਂ, ਕਿਵੇਂ ਮੁਕਤ ਹੋ ਸਕਦੇ ਹਾਂ ਇਸ ਸਭ ਤੋਂ, ਕਿਵੇਂ ਜੋ ਅਸੀਂ ਸੋਚਦੇ ਹਾਂ ਵਿਛੋੜਾ ਹੈ ਉਹ ਮਿਲਣ ਬਣ ਜਾਏ ਸਦਾ ਲਈ। ਸੋਚਣ ਵਾਲੀ ਗੱਲ ਹੈ। ਅਸੀਂ ਵਿਛੜ ਗਏ ਹਾਂ ਕਿਸੇ ਤੋਂ, ਕਿਸੇ ਕਾਰਨ ਕਰਕੇ, ਕੋਈ ਨੁਕਸਾਨ ਹੈ, ਅਸੀਂ ਉਹਨੂੰ ਵਿਛੜਨਾ ਦੇਖਦੇ ਹਾਂ, ਪਰ ਗੁਰੂ ਨਹੀਂ ਦੇਖਦਾ ਇਸ ਤਰ੍ਹਾਂ, ਕਿਉਂਕਿ ਗੁਰੂ ਨੇ ਇੱਕ ਇਹੋ ਜਿਹੀ ਮਿਲਣ ਦੀ ਗੱਲ ਕੀਤੀ ਹੈ ਜਿਹੜੀ ਸਦਾ ਲਈ ਮਿਲਦਾ ਹੈ, ਉਹ ਕਦੇ ਵਿਛੜਦਾ ਨਹੀਂ ਹੈ। ਫਿਰ ਜਿਸ ਮਿਲਣ ਵਿੱਚ ਵਿਛੋੜਾ ਉਹਦੇ ਅੰਤ ਵਿੱਚ ਲਿਖਿਆ ਹੈ, ਉਹ ਤਾਂ ਮਿਲਣ ਹੈ ਹੀ ਨਹੀਂ। ਮੇਰੇ ਜੀਵਨ ਦਾ ਨੇਚਰ ਵੀ ਇਹੀ ਹੈ। ਮੈਂ ਜੋ ਕੁਝ ਵੀ ਜੀਵਨ ਵਿੱਚ ਪਾ ਰਿਹਾ ਹਾਂ ਸਭ ਕੁਝ ਗਵਾ ਦਿਆਂਗਾ। ਜੋ ਕੁਝ ਵੀ ਮੈਨੂੰ ਮਿਲੇਗਾ ਉਹ ਸਭ ਜੀਵਨ ਮੇਰੇ ਤੋਂ ਲੈ ਵੀ ਲਏਗਾ। ਮੈਂ ਮਿਲਣ ਦੇ ਸਮੇਂ ਜਦੋਂ ਮੈਨੂੰ ਮਿਲ ਰਿਹਾ ਹੁੰਦਾ ਹੈ ਉਸ ਵੇਲੇ ਮੈਂ ਖੁਸ਼ ਹੁੰਦਾ ਹਾਂ। ਮੈਂ ਇਹ ਨਹੀਂ ਜਾਣ ਰਿਹਾ ਕਿ ਇਹ ਤਾਂ ਸਭ ਕੁਝ ਲੈ ਲਿਆ ਜਾਏਗਾ ਵਾਪਸ। ਉਸ ਲੈਣ ਦੀ ਤਿਆਰੀ ਵਿੱਚ ਨਹੀਂ ਹਾਂ ਮੈਂ। ਤਾਂ ਰਸਤਾ ਕੀ ਹੈ ਮਹਾਰਾਜ? ਕਿਵੇਂ ਜੀਵਨ ਦੀ ਤਿਆਰੀ ਹੋ ਸਕਦੀ ਹੈ ਕਿ ਅਸੀਂ ਇਹਦੇ ਵਿੱਚ ਜੀਂਦੇ ਹੋਏ ਇਸ ਤੋਂ ਨਿਰਲੇਪ ਰਹੀਏ? ਸਿੱਧ ਗੋਸ਼ਟ ਵਿੱਚ ਸਾਹਿਬ ਨੇ ਇਹ ਗੱਲ ਚਲਾਈ ਹੈ ਔਰ ਅੱਜ ਵੀ ਸਮਝਾਣਗੇ। ਗੱਲ ਤਾਂ ਗੁਰੂ ਨਾਲ ਬੈਠ ਕੇ ਗੁਰੂ ਦੀ ਮੱਤ ਨੂੰ ਜਾਣਨਾ ਹੈ, ਪਰ ਅਸੀਂ ਸੁਣਦੇ ਕੁਝ ਹੋਰ ਹਾਂ, ਗੁਰੂ ਕੁਝ ਹੋਰ ਕਹਿ ਰਿਹਾ ਹੈ, ਔਰ ਉਸ ਸੁਣਨ ਕਰਕੇ ਮੇਰਾ ਮਨ ਪਲਟਦਾ ਨਹੀਂ ਹੈ। ਮੈਂ ਆਪਣੇ ਦੁੱਖ ਨੂੰ ਹੀ ਜਿਵੇਂ ਆਲਿੰਗਨ ਕਰਕੇ ਬੈਠ ਗਿਆ ਹਾਂ, ਉਸ ਤੋਂ ਵਿਛੜਨਾ ਨਹੀਂ ਚਾਹੁੰਦਾ। ਆਪਣੀ ਆਈਡੈਂਟੀਟੀ ਦੇ ਨਾਲ ਦੁੱਖ ਨਾਲ ਸਾਂਝ ਕਰ ਲਈ ਹੈ ਔਰ ਉਸ ਨੂੰ ਛੋੜਨਾ ਨਹੀਂ ਚਾਹੁੰਦਾ ਹਾਂ। ਗੁਰੂ ਬਾਰ-ਬਾਰ ਸਮਝਾ ਰਿਹਾ ਹੈ, ਇਹਨੂੰ ਛੱਡ ਦੇ, ਜੀਵਨ ਬਦਲ ਜਾਏਗਾ, ਪਰ ਮੈਂ ਜਾਣਦਾ ਹੀ ਕੁਝ ਹੋਰ ਨਹੀਂ ਹਾਂ। ਸੁਣਨ ਦੇ ਕਾਰਨ ਕਰਕੇ ਫਿਰ ਮੰਨਣ ਵੀ ਨਹੀਂ ਹੋ ਪਾਉਂਦਾ। ਮੰਨਾਂਗਾ ਤਾਂ ਹੀ ਜਦ ਸੱਚ ਸੁਣਾਂਗਾ। ਮੈਂ ਤਾਂ ਕੂੜ ਨੂੰ ਜਾਣਦਾ ਹਾਂ ਔਰ ਕੂੜ ਹੀ ਸੁਣਦਾ ਹਾਂ। ਇੱਕ ਪਰਦਾ ਹੈ ਮੇਰੇ ਆਲੇ ਦੁਆਲੇ ਔਰ ਉਹ ਪਰਦਾ ਗਿਰਦਾ ਨਹੀਂ ਹੈ। ਜੀਵਨ ਕੁਝ ਹੋਰ ਹੈ, ਮੈਂ ਦੇਖ ਕੁਝ ਹੋਰ ਰਿਹਾ ਹਾਂ। ਸਾਰੀ ਗੱਲ ਇੱਥੇ ਹੀ ਆਉਂਦੀ ਹੈ ਕਿ ਮੈਂ ਆਪਣੇ ਆਪ ਨੂੰ ਹੀ ਨਹੀਂ ਜਾਣਦਾ। ਮੇਰਾ ਮਨ ਕੀ ਹੈ ਉਸ ਨੂੰ ਵੀ ਨਹੀਂ ਜਾਣਦਾ। ਮੇਰੇ ਜੀਵਨ ਦਾ ਆਧਾਰ ਕੀ ਹੈ ਉਹ ਵੀ ਨਹੀਂ ਜਾਣਦਾ। ਐਸੇ ਕਾਰਨ ਕਰਕੇ ਮੇਰਾ ਮਨ ਪਰੇਸ਼ਾਨ ਹੈ। ਹਜੂਰ ਨੇ ਜੋ ਕੁਝ ਇਸ ਪਦੇ ਵਿੱਚ ਪੌੜੀ ਵਿੱਚ ਕਿਹਾ ਹੈ, ਜੇ ਮੈਂ ਉਸ ਨੂੰ ਉਸੇ ਤਰ੍ਹਾਂ ਸੁਣਾ ਜਿਵੇਂ ਗੁਰੂ ਕਹਿ ਰਹੇ ਹਨ, ਤਾਂ ਸ਼ਾਇਦ ਇੱਕ ਰੈਵਲੇਸ਼ਨ ਖੁੱਲੇਗੀ ਮਨ ਵਿੱਚ। ਐਨਰਜੀ ਮੈਂ ਕਿਧਰੇ ਹੋਰ ਲਗਾਉਣੀ ਸ਼ੁਰੂ ਕਰਾਂਗਾ। ਹੁਣ ਤੱਕ ਕਿਧਰੇ ਹੋਰ ਲਗਾ ਰਿਹਾ ਸੀ। ਆਓ ਮਹਾਰਾਜ ਦੀ ਇਸ ਪੌੜੀ ਨੂੰ ਵਿਚਾਰਦੇ ਹਾਂ। ਵਾਹਿਗੁਰੂ। ਸ਼ਲੋਕ ਮਹਿਲਾ ਪਹਿਲਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਅਸੀਂ ਅਗਰ ਕੂੜ ਔਰ ਸੱਚ ਨੂੰ ਦੋ ਪਹਿਲੂ ਜਾਣੀਏ ਜੀਵਨ ਦੇ, ਤਾਂ ਇੱਥੇ ਦੋ ਤਰ੍ਹਾਂ ਦੇ ਵਿਚਾਰ ਉੱਠਦੇ ਹਨ ਕਿ ਅਗਰ ਸੱਚ ਔਰ ਝੂਠ ਦੀ ਗੱਲ ਚੱਲਦੀ ਹੈ ਤਾਂ ਇਹਨਾਂ ਦੇ ਕੁਆਲਿਟੇਟਿਵ ਡਿਫਰੈਂਸ ਧਾਰਮਿਕ ਔਰ ਸਾਧਾਰਨ ਕੀ ਹਨ। ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਮਨ ਦੇ ਦੋ ਪਹਿਲੂ ਅਸੀਂ ਜਾਣ ਚੁੱਕੇ ਹਾਂ। ਇੱਕ ਤਾਂ ਉਹ ਮਾਈਂਡ ਹੈ ਜਿਹੜਾ ਈਗੋ ਬੇਸਡ ਮਾਈਂਡ ਹੈ, ਜਿਸ ਨੂੰ ਮਹਾਰਾਜ ਨੇ ਇਹ ਮਨ ਕਿਹਾ ਹੈ, ਜਿਹੜਾ ਸਰੀਰ ਕਰਕੇ ਜਨਮ ਲੈ ਰਿਹਾ ਹੈ। ਸਰੀਰ ਮੈਨੂੰ ਮਿਲਿਆ, ਸਰੀਰ ਦੇ ਵਿੱਚ ਆਪਣਾ ਜੀਵਨ ਨਹੀਂ ਹੈ। ਮਿੱਟੀ ਤੋਂ, ਕੁਝ ਧਾਤੂਆਂ ਤੋਂ, ਕੁਝ
ਮੈਕਰੋ ਔਰ ਮਾਈਕਰੋ ਐਲੀਮੈਂਟਸ ਤੋਂ ਸਰੀਰ ਬਣਿਆ ਹੈ, ਪਰ ਇਹਦੇ ਵਿੱਚ ਜੀਵਨ ਕਿੱਥੋਂ ਆ ਰਿਹਾ ਹੈ? ਉਹ ਜਿਹੜੀ ਜਿਸ ਨੂੰ ਅਸੀਂ ਆਤਮਾ ਕਹਿੰਦੇ ਹਾਂ, ਜਾਂ ਮੈਂ ਉਹਨੂੰ ਮਨ ਕਹਾਂਗਾ ਕਿ ਮਨ ਦੇ ਜੁੜਨ ਨਾਲ ਸਰੀਰ ਵਿੱਚ ਲਾਈਫ ਆ ਗਈ ਹੈ। ਇਹ ਇੱਕ ਮਿਲਣਾ ਹੈ, ਮਿਲ ਗਿਆ ਮੈਨੂੰ। ਔਰ ਜਿਹੜਾ ਇਹ ਜੀਵਨ ਹੈ ਜਿਹਦੇ ਵਿੱਚ ਮਨ ਕਰਕੇ ਲਾਈਫ ਆਈ ਹੈ, ਇਸ ਮਨ ਦੇ ਦੋ ਪਹਿਲੂ ਹਨ। ਇੱਕ ਬਾਹਰ ਦੇ ਵੱਲ ਖੁੱਲ੍ਹਦਾ ਹੈ ਔਰ ਇੱਕ ਅੰਦਰ ਮੇਰੇ ਵਸਦਾ ਹੈ। ਇੱਕ ਮੇਰੇ ਆਤਮਾ ਨਾਲ ਰਿਲੇਸ਼ਨ ਰੱਖਦਾ ਹੈ, ਦੂਸਰਾ ਸਰੀਰ ਨਾਲ ਰਿਲੇਸ਼ਨ ਰੱਖਦਾ ਹੈ। ਸਰੀਰ ਨੂੰ ਤਾਂ ਮੈਂ ਜਾਣਦਾ ਹਾਂ, ਪਰ ਸਰੀਰ ਨੂੰ ਹੀ ਜੀਵਨ ਜਾਣਦਾ ਹਾਂ। ਜੋ ਸਰੀਰ ਦੇ ਜੀਵਨ ਦਾ ਆਧਾਰ ਹੈ, ਫਾਊਂਡੇਸ਼ਨ ਹੈ, ਉਸ ਨੂੰ ਮੈਂ ਨਹੀਂ ਜਾਣਦਾ ਹਾਂ। ਤਾਂ ਮੈਨੂੰ ਫਿਰ ਜੀਵਨ ਨਾਸ਼ਵਾਨ ਦਿਖਦਾ ਹੈ, ਮੈਨੂੰ ਜੀਵਨ ਫਰਜਾਈਲ ਦਿਖਦਾ ਹੈ, ਐਵਰ ਚੇਂਜਿੰਗ ਦਿਖਦਾ ਹੈ, ਔਰ ਸੁੱਖ ਔਰ ਦੁੱਖ ਦੇ ਐਕਸਪੀਰੀਐਂਸਿਸ ਦੇ ਵਿੱਚ ਦਿਖਦਾ ਹੈ। ਫਿਰ ਮੈਂ ਸੁੱਖ ਭੋਗਦਾ ਹਾਂ ਔਰ ਦੁੱਖ ਨੂੰ ਅਵੋਇਡ ਕਰਦਾ ਹਾਂ। ਇਸੇ ਤਰ੍ਹਾਂ ਅਸੀਂ ਸਾਰੇ ਜੀ ਰਹੇ ਹਾਂ। ਦੁਖੀ ਹੁੰਦਾ ਹਾਂ ਤਾਂ ਡਿਸਟਰੈਕਟ ਕਰਦਾ ਆਪਣੇ ਆਪ ਨੂੰ। ਪਰ ਹੁਣ ਸਾਈਕੋਲੋਜੀ ਕਹਿ ਰਹੀ ਹੈ ਕਿ ਇਹ ਜਿਹੜਾ ਟਰਾਮਾ ਹੈ, ਇਹ ਜਾਂਦਾ ਨਹੀਂ ਕਿਧਰੇ, ਇਹ ਨਾਲ ਜੀਂਦਾ ਹੈ ਔਰ ਦੁਖੀ ਕਰਦਾ ਹੈ, ਪਰੇਸ਼ਾਨ ਕਰਦਾ ਹੈ। ਆ ਜੀਵਨ ਸਾਨੂੰ ਵਿਜ਼ਿਟ ਕਰਦਾ ਹੈ। ਜਦ ਤੱਕ ਉਹ ਪ੍ਰੋਸੈਸ ਨਾ ਹੋਏ, ਉਹ ਭਾਰ ਬਣ ਕੇ ਮਨ ਦੇ ਵਿੱਚ ਰਹਿੰਦਾ ਹੈ। ਕੂੜ ਔਰ ਸੱਚ, ਸੱਚ ਔਰ ਝੂਠ, ਜਦੋਂ ਇਸ ਚੇਂਜਿੰਗ ਮਾਈਂਡ ਦੇ ਪਰਸਪੈਕਟਿਵ ਤੋਂ ਦੇਖਿਆ ਜਾਏ ਤਾਂ ਸੱਚ ਔਰ ਝੂਠ ਡਿਫਾਈਨ ਇੱਕ ਦੂਜੇ ਨਾਲ ਹੋ ਰਹੇ ਹਨ। ਮੈਂ ਆਪ ਨੂੰ ਇੱਕ ਜਰਨੀ ਦੇ ਵਿੱਚ ਲਿਜਾ ਰਿਹਾ ਹਾਂ, ਸੱਚ ਔਰ ਝੂਠ ਦੇ ਡਿਫਰੈਂਟ ਪਰਸਪੈਕਟਿਵਸ ਦੇ ਵਿੱਚ। ਜਿਵੇਂ ਮੈਂ ਕਹਾਂਗਾ ਸੱਚਾ ਕੌਣ ਹੈ, ਤਾਂ ਤੁਸੀਂ ਕਹੋਗੇ ਜੋ ਝੂਠਾ ਨਹੀਂ ਹੈ। ਤਾਂ ਫਿਰ ਸੱਚ ਦੀ ਸਰਚ ਤਾਂ ਹੀ ਆਰੰਭ ਹੋਏਗੀ ਜਦੋਂ ਪਹਿਲੇ ਝੂਠਾ ਡਿਫਾਈਨ ਹੋਏਗਾ। ਅਗਰ ਝੂਠ ਨਹੀਂ ਹੋਏਗਾ ਤਾਂ ਸਿਰਫ ਸੱਚ ਹੀ ਰਹੇਗਾ, ਫਿਰ ਉਹ ਡਿਫਾਈਨ ਨਹੀਂ ਹੋ ਸਕਦਾ। ਪਰ ਜਦ ਮੈਂ ਉਹਨੂੰ ਡਿਫਾਈਨ ਕਰਨ ਨਿਕਲਾਂਗਾ, ਮੈਂ ਕਹਾਂਗਾ ਸੱਚ ਕੀ ਹੈ, ਤਾਂ ਤੁਸੀਂ ਕਹੋਗੇ ਜੋ ਝੂਠਾ ਨਹੀਂ ਹੈ। ਤਾਂ ਫਿਰ ਝੂਠ ਜਿਹੜਾ ਹੈ ਉਹ ਸੱਚ ਦਾ ਆਧਾਰ ਹੈ। ਇਸ ਕਰਕੇ ਸੱਚ ਔਰ ਝੂਠ ਇਕੱਠੇ ਚੱਲਦੇ ਹਨ। ਇਸ ਤਰ੍ਹਾਂ ਜੀਵਨ ਦੀ ਸਾਰੀ ਦੁਵੈਤ ਦੀ ਕੁਆਲਿਟੀਜ਼ ਇਸੇ ਤਰ੍ਹਾਂ ਚੱਲਦੀਆਂ ਹਨ। ਮੈਂ ਪਹਿਲੇ ਦੇ ਸੈਸ਼ਨਸ ਵਿੱਚ ਵੀ ਇੱਕ ਡਾਇਲੌਗ ਦੀ ਗੱਲ ਆਪ ਅੱਗੇ ਪੇਸ਼ ਕਰ ਚੁੱਕਿਆ ਹਾਂ। 35 BC ਦਾ ਡਾਇਲੌਗ ਹੈ, ਸੋਕਰਟੀਜ਼ ਦਾ, ਫੇਡੋ ਉਹਦਾ ਨਾਮ ਹੈ। ਕਿਸੇ ਦਿਨ ਪੜ੍ਹਨਾ ਆਪ। ਦੁਆਇਤ ਕੀ ਹੈ, ਮੌਤ ਔਰ ਜੀਵਨ ਕੀ ਹੈ, ਉਹ ਸਭ ਉਹਦੇ ਵਿੱਚ ਦੱਸਦਾ ਹੈ। ਰਾਤ ਨੂੰ ਸਵੇਰੇ ਮਰਨ ਤੋਂ ਇੱਕ ਦਿਨ ਪਹਿਲਾਂ। ਤਾਂ ਇਹ ਚੇਂਜਿੰਗ ਮਾਈਂਡ ਦਾ ਜਿਹੜਾ ਸੱਚ ਔਰ ਝੂਠ ਹੈ, ਇਹ ਇਸ ਤਰ੍ਹਾਂ ਡਿਫਾਈਨ ਹੁੰਦਾ ਹੈ। ਜੋ ਅੱਜ ਸੱਚਾ ਹੈ ਉਹ ਕੱਲ੍ਹ ਝੂਠਾ ਹੋ ਸਕਦਾ ਹੈ, ਜੋ ਅੱਜ ਝੂਠਾ ਹੈ ਉਹ ਕੱਲ੍ਹ ਸੱਚਾ ਹੋ ਸਕਦਾ ਹੈ। ਇਹ ਸਭ ਪੋਸੀਬਿਲਿਟੀਜ਼ ਚੇਂਜਿੰਗ ਮਾਈਂਡ ਦੇ ਵਿੱਚ ਹੈਗੀਆਂ। ਅਸੀਂ ਕਹਾਂਗੇ ਇਹ ਰੰਗ ਚਿੱਟਾ ਹੈ, ਬਟ ਰੰਗ ਐਬਸੋਲੂਟ ਕਲਰ ਹੋਣ ਤੋਂ ਬਾਵਜੂਦ ਉਹਦੇ ਵਿੱਚ ਵੇਰੀਏਸ਼ਨਸ ਹਨ। ਉਸ ਤੋਂ ਜ਼ਿਆਦਾ ਚਿੱਟਾ ਰੰਗ ਅਗਰ ਮੈਂ ਨੇੜੇ ਰੱਖਾਂਗਾ ਤਾਂ ਮੈਨੂੰ ਕਹਿਣਾ ਪਏਗਾ ਇਹ ਉਸ ਤੋਂ ਕਾਲਾ ਹੈ। ਤਾਂ ਸਭ ਕੁਝ ਰਿਲੇਟਿਵ ਹੈ। ਪਰ ਗੁਰੂ ਨਾਨਕ ਸਾਹਿਬ ਜਿਸ ਸੱਚ ਦੀ ਗੱਲ ਕਰਦੇ ਹਨ, ਉਹ ਸੱਚ ਆਤਮਾ ਦੇ ਨਾਲ ਰਿਲੇਸ਼ਨ ਰੱਖਦਾ ਹੈ। ਇੱਕ ਸਦਾ ਹੀ ਰਹਿਣ ਵਾਲੀ ਇੱਕ ਇਹੋ ਜਿਹਾ ਐਕਸਪੀਰੀਅੰਸ ਜਿਹੜਾ ਹਮੇਸ਼ਾ ਹੀ ਹਾਜ਼ਰ ਹੈ, ਜਿਸ ਨੂੰ ਮਹਾਰਾਜ ਨੇ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਕਿਹਾ ਹੈ। ਜੋ ਨਹੀਂ, ਜਦੋਂ ਦੁਨੀਆ ਨਹੀਂ ਹੈ ਤਾਂ ਵੀ ਹੈ, ਜਦ ਦੁਨੀਆ ਹੈ ਤਾਂ ਵੀ ਰਹੇਗਾ ਔਰ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਉਹ ਇੱਕ ਐਸਾ ਸੱਚ ਹੈ ਜਿਹੜਾ ਆਧਾਰ ਹੈ ਜੀਵਨ ਦਾ, ਲਾਈਫ ਦੀ ਫਾਊਂਡੇਸ਼ਨ ਹੈ। ਤਾਂ ਫਿਰ ਇਸ ਐਕਸਪੀਰੀਅੰਸ ਦੇ ਵਿੱਚ ਕੂੜ ਕਿੱਥੋਂ ਆ ਰਿਹਾ ਹੈ? ਮਹਾਰਾਜ ਕਹਿ ਰਹੇ ਹਨ ਕਿਵੇਂ ਸਚਿਆਰਾ ਹੋਈਏ, ਕਿਵੇਂ ਕੂੜੇ ਟੁੱਟੇ ਪਾਲ। ਇੱਥੇ ਤਾਂ ਕੋਈ ਹੋਂਦ ਨਹੀਂ ਹੈ ਕੂੜ ਦੀ। ਕੂੜ ਤਾਂ ਸਿਰਫ ਇੱਕ ਪਰਦਾ ਹੈ, ਰਿਐਲਿਟੀ ਨਹੀਂ ਹੈ, ਇੱਕ ਟੈਂਪਰਰੀ ਐਕਸਪੀਰੀਅੰਸ ਹੈ। ਜਿਵੇਂ ਮੇਰੀ ਹਉਮੈ ਹੈ, ਇੱਕ ਟੈਂਪਰਰੀ ਐਕਸਪੀਰੀਅੰਸ ਹੈ, ਇਹਦੀ ਕੋਈ ਐਬਸੋਲੂਟ ਵੈਲਿਊ ਨਹੀਂ ਹੈ ਔਰ ਮੈਂ ਇਸ ਨੂੰ ਐਬਸੋਲੂਟ ਵੈਲਿਊ ਦੇ ਰਿਹਾ ਹਾਂ।
मैं हौमे ਨੂੰ ਹੀ ਜੀਵਨ ਜਾਣ ਕੇ ਪਰਮਾਨੈਂਟ ਜਾਣਦਾ ਹਾਂ। ਹੋਰ ਕੋਈ ਤਰੀਕਾ ਨਹੀਂ ਹੈ ਜੀਣ ਦਾ। ਨੀਟਸੇ ਰੱਬ ਨੂੰ ਨਹੀਂ ਮੰਨਦਾ ਹੈ। ਇੱਕ ਫਿਲਾਸਫਰ ਦਾਰਸ਼ਨਿਕ ਹੈ, ਬੜੀ ਪਿਆਰੀ ਗੱਲ ਇੱਕ ਬੜੀ ਕੀਤੀ ਉਸਨੇ। ਉਹ ਕਹਿੰਦਾ ਹੈ ਕਿ ਜਿਹੜਾ ਇਹ ਜੀਵਨ ਦਾ ਐਕਸਪੀਰੀਅੰਸ ਹੈ ਇਹ ਤਾਂ ਹੀ ਜੀਆ ਜਾ ਸਕਦਾ ਹੈ ਜੇ ਇਹਦੇ 'ਚ ਇਲਿਊਜ਼ਨ ਹੋਏ, ਨੈਸੈਸਰੀ ਇਲਿਊਜ਼ਨ। ਜੇ ਅਸੀਂ ਇਲਿਊਜ਼ਨ ਨੂੰ ਕੱਢ ਦਿਆਂਗੇ ਜੀਵਨ 'ਚੋਂ, ਫਿਰ ਜੀਵਨ ਜੀਆ ਨਹੀਂ ਜਾ ਸਕਦਾ। ਜੇ ਮੈਂ ਗੱਡੀ 'ਚ ਬੈਠਾਂ ਔਰ ਇੱਕ ਥਾਟ ਲੈ ਕੇ ਮਨ ਵਿੱਚ ਬੈਠਾਂ ਕਿ ਮੈਂ ਹੋ ਸਕਦਾ ਹੈ ਜਦ ਜਿੱਥੇ ਜਾ ਰਿਹਾ ਉੱਥੇ ਨਾ ਪਹੁੰਚਾਂ, ਹੋ ਸਕਦਾ ਹੈ ਕਿ ਮੈਂ ਜਿਸ ਰਸਤੇ ਤੋਂ ਜਾ ਰਿਹਾ ਹਾਂ 10 ਮਿੰਟ ਵਿੱਚ ਮੇਰਾ ਸਰੀਰ ਨਾ ਰਹੇ, ਇਹ ਪੋਸੀਬਿਲਿਟੀ ਹੈ, ਤਾਂ ਜੀਵਨ ਨਹੀਂ ਜੀਆ ਜਾ ਸਕੇਗਾ। ਤਾਂ ਉੱਥੇ ਇੱਕ ਨੈਸੈਸਰੀ ਇਲਿਊਜ਼ਨ ਦੀ ਲੋੜ ਪੈਂਦੀ ਹੈ ਕਿ ਮੈਂ ਕਹਿੰਦਾ ਮੈਂ ਹੁਣ ਜਾ ਰਿਹਾ ਹਾਂ ਅਤੇ ਮੀਟਿੰਗ ਕਰਨ ਵਾਸਤੇ ਨਿਕਲਿਆ ਹਾਂ ਅਤੇ ਕਰਾਂਗਾ। ਇਹ ਇੱਕ ਇਲਿਊਜ਼ਨ ਹੈ। ਅਸੀਂ ਸਾਰੇ ਇਹਦੇ ਵਿੱਚ ਜੀਂਦੇ ਹਾਂ ਔਰ ਇਹ ਹਉਮੈ ਦਾ ਇੱਕ ਇਲਿਊਜ਼ਨ ਹੈ ਜਿਸ ਨੂੰ ਸਾਹਿਬ ਨੇ ਮਾਇਆ ਕਿਹਾ ਹੈ। ਬਾਣੀ ਉਸ ਨੂੰ ਮਾਇਆ ਕਹਿੰਦੀ ਹੈ। ਔਰ ਮਾਇਆ ਦੇ ਤਜਨ ਨਾਲ ਕੀ ਹੁੰਦਾ ਹੈ ਮਹਾਰਾਜ, ਔਰ ਮਾਇਆ ਕੀ ਹੈ? ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਬੜੀ ਪਿਆਰੀ ਤਰ੍ਹਾਂ ਇਹਨੂੰ ਸਮਝਾਉਂਦੇ ਹਨ। ਰਤਨ ਤਿਆਗ ਕੌਡੀ ਸੰਗ ਰਚੇ, ਸਾਚ ਛੋੜ ਝੂਠ ਸੰਗ ਮਚੇ, ਜੋ ਛੱਡਣਾ ਸੋ ਅਸਥਿਰ ਕਰ ਜਾਣਾ ਮਾਨੇ, ਜੋ ਹੋਵਨ ਸੋ दूर पराने, छोड़ जाए तिसका श्रम करे, संग सहाय तिस पर हरे। गल साहिब की दस रहे हैं कि सच नूं छड्ड के झूठ दे नाल वसदा है। जिस नूं छड्ड देना है उस नूं अस्थिर जानदा है। यही मेरी क्वालिटी है। मैं इस तरह तो जी रहा हाँ, असी सारे इदां ही जी रहे हाँ। जिसनूं मैनूं छड्ड देना है मैं उसनूं छड्डना है यह सोच के थोड़ी जी रहा हाँ। जो होवन सो दूर पराने, जो मेरे नाल सदा है, जो मेरे जीवन का आधार है उसनूं मैं दूर जानदा हाँ। मैं सोचदा कि यह है ही नहीं, मैं उसनूं देख ही नहीं पा रहा, इस करके उसनूं जानदा ही नहीं हाँ। तो फिर होंदा की है? जो होवन सो दूर पराने, छोड़ जाए तिसका श्रम करे। मेहनत तो उस लिए करते हाँ असी जिसनों असी छड़ देना है। 99% एनर्जी लाइफ की उहदे च लगती है जो सब कुछ छड़ देना है। कितना असी ध्यान करते हाँ, कितना शब्द नाल सांझ पाते हाँ। 7 दिन चो एक एतवार ही तो कर रहे हाँ। रोज़मर्रा के जीवन में की कर रहे हाँ? इस नूं तां सोचीए असीं की कर की रहे हाँ। मेरी जीवन की सारी एनर्जी कमिट कित्थे हो रही है? फिर असीं रिजल्ट्स की एक्सपैक्ट कर रहे हैं? यह भी गल थोड़ी सोचण वाली है। जिधर मैं जाना है उस वल तो मेरी गड्डी का मूँह ही नहीं है और मैं उत्थे ना पहुँचण करके परेशान भी हाँ। छोड़ जाए तिसका श्रम करे। महाराज ने एक गल साडे नहीं माया दी इस जीवन बारे समझाई है। एक भ्रम है, एक भुलेखे विच मैं जी रहा हाँ। जो जीवन की रियलिटी है उसनूं जाने बिना मैं ये कनक्लूजनस ड्रॉ कर चुके हाँ जीवन बारे कि मैं इहनूं जानदा हाँ। और आसा दी वार विच शुरू की पौड़ी विच ही साहिब ने सानूं दस दित्ती है गल। नानक गुरु ना चेतनी मन अपने सुचेत। एक एटीट्यूड है लाइफ का कि मेरे मन नूं अवेयरनेस है, जो मैं देख रहा हाँ मैं जानदा हाँ उसनूं, वही जीवन है। पर यह भुलेखा है, यह भ्रम है, यह ठगी है। माया ममता मोहनी जिन विन दंता जग खाया। बिना दंदा नाल जग नूं खा लैंदी है माया। माया की है? यह भुलेखा है, यह भ्रम है, यह ठगी है, यह देखण दा गलत नज़रिया है जीवन बारे। अगर मैं जीवन नूं जानदा हाँ कि जीवन नाशवान है, जीवन खत्म होना है, तो फिर काहदी ठगी है? फिर मैं भ्रम विच नहीं हाँ, पर फिर मेरी जीवन की क्वालिटी बदल जाएगी।
ਅਗਰ ਮੈਂ ਇਸ ਨੂੰ ਇਸ ਤਰ੍ਹਾਂ ਜੀਵਾਂਗਾ ਕਿ ਇਹ ਜੀਵਨ ਇੱਕ ਦਿਨ ਮੌਤ ਵਿੱਚ ਹੀ ਉਤਰੇਗਾ, ਇਹ ਸਰੀਰ ਛੱਡਣ ਵਾਲਾ ਹੈ, ਤਾਂ ਮੇਰੇ ਸਾਰੀ ਨੇਚਰ ਆਫ ਲਾਈਫ ਬਦਲ ਜਾਏਗਾ। ਅਗਰ ਨਹੀਂ ਬਦਲੇਗਾ ਤਾਂ ਮੈਂ ਉਹਨੂੰ ਜਾਣ ਨਹੀਂ ਰਿਹਾ। ਮਹਾਰਾਜ ਕਹਿੰਦੇ ਨੇ, ਧਨ ਜੋਬਨ ਜਗ ਠੱਗਿਆ, ਲਬ ਲੋਭ ਹੰਕਾਰ। ਧਨ ਔਰ ਜੋਬਨ ਨੇ ਸਾਰੇ ਜਗ ਨੂੰ ਠੱਗ ਲਿਆ ਹੈ। ਹੁਣ ਅਸੀਂ ਦੇਖੀਏ ਸੰਸਾਰ ਦੇ ਵਿੱਚ ਐਨਰਜੀ ਸੈਂਟਰ ਕੀ ਹੈ? ਪਾਵਰ ਔਰ ਯੂਥ। ਜਿਹਦੇ ਕੋਲ ਜੇਬ 'ਚ ਪੈਸਾ ਵੀ ਨਹੀਂ ਹੈ, ਯੂਥ ਵਿੱਚ ਐਨਰਜੀ ਹੈ, ਉਹ ਸਾਰੇ ਜੀਵਨ ਨੂੰ ਡਰਾਈਵ ਕਰ ਰਹੀ ਹੈ, ਕਿਉਂਕਿ ਉਹਦੇ ਕੋਲ ਸ਼ਕਤੀ ਹੈ, ਜੀਵਨ ਦੀ ਊਰਜਾ ਉਹਦੇ ਕੋਲ ਮੈਕਸਿਮਮ ਹੈ। ਪਰ ਉਹਦੀ ਲਾਈਫ ਦੀ ਕਮਿਟਮੈਂਟ ਕਿਸ ਵਿੱਚ ਜਾ ਰਹੀ ਹੈ? ਜੋ ਅੱਖਾਂ ਦੇਖੀ ਜੀਵਨ ਹੈ, ਜੋ ਸੈਂਸ਼ੂਅਲ ਲਾਈਫ ਹੈ, ਉਹਦੇ ਵਿੱਚ ਉਹਦੀ ਕਮਿਟਮੈਂਟ ਜਾ ਰਹੀ, ਕਿਉਂਕਿ ਉਸ ਨੂੰ ਜਾਣਦਾ ਹੀ ਉਸੇ ਨੂੰ ਹੈ, ਹੋਰ ਕਿਸੇ ਨੂੰ ਨਹੀਂ ਜਾਣਦਾ। ਕਿਉਂ ਨਹੀਂ ਜਾਣਦਾ? ਇੱਥੇ ਇਸ ਪੌੜੀ ਵਿੱਚ ਹਜ਼ੂਰ ਸਾਰਾ ਸਮਝਾਉਣਗੇ ਸਾਨੂੰ। ਇਹ ਗੱਲ ਇਸ ਵੇਲੇ ਇਸ ਤਰ੍ਹਾਂ ਸਮਝਣੀ ਹੈ ਕਿ ਮੈਂ ਠੱਗਿਆ ਜਾ ਰਿਹਾ ਹਾਂ। ਜੋ ਮੈਨੂੰ ਜੀਵਨ ਦਿਖਦਾ ਹੈ ਉਹ ਜੀਵਨ ਮੈਂ ਦੇਖ ਨਹੀਂ ਰਿਹਾ, ਜੋ ਜੀਵਨ ਹੈ ਉਸ ਨੂੰ ਮੈਂ ਜੀ ਨਹੀਂ ਰਿਹਾ। ਇੱਕ ਠੱਗੀ ਹੋ ਰਹੀ ਹੈ ਜੀਵਨ ਵਿੱਚ, ਔਰ ਇੱਕ ਝੂਠ ਨੂੰ ਜੀ ਰਿਹਾ ਹਾਂ, ਔਰ ਇੱਕ ਦੁੱਖ ਨੂੰ ਜੀ ਰਿਹਾ ਹਾਂ ਸੱਚ ਸਮਝ ਕੇ, ਸੱਚ ਔਰ ਸੁੱਖ ਸਮਝ ਕੇ ਜੀ ਰਿਹਾ ਹਾਂ ਜੀਵਨ, ਜਦ ਕਿ ਕੂੜ ਔਰ ਦੁੱਖ ਅਸਲ ਵਿੱਚ ਹੈ। ਫਿਰ ਗੁਰੂ ਇੱਕ ਗੱਲ ਇਹਦੇ ਬਾਰੇ ਕਰਦੇ ਵੀ ਹਨ, ਕਹਿੰਦੇ ਨੇ, ਮਾਇਆ ਤਜਤ ਬਿਸ਼ਨ ਕੋ ਤਬ ਹੀ। ਜਿਸਨੇ ਮਾਇਆ ਨੂੰ ਤਜ ਦਿੱਤਾ, ਜਿਸਨੇ ਇਸ ਝੂਠ ਨੂੰ ਦੇਖਣ ਦਾ ਐਟੀਟਿਊਡ ਛੱਡ ਦਿੱਤਾ, ਉਹਨੂੰ ਬਿਸ਼ਨ ਕਹਿ ਸਕਦੇ ਹਾਂ। ਉਹ ਰੱਬ ਨੂੰ ਜਾਣਦਾ ਹੈ। ਜੋ ਛੱਡਣਾ ਸੋ ਅਸਥਿਰ ਕਰ ਜਾਣ ਮਾਨੇ। ਫਿਰ ਕਿਵੇਂ ਮਿਟੇਗਾ? ਮਹਾਰਾਜ ਕਹਿੰਦੇ ਹਨ, ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਭੈ ਭਰਮ ਮਿਟਾਇਆ। ਇਹ ਜੀਵਨ ਦਾ ਭਰਮ ਮਿਟੇਗਾ ਸੰਗਤ ਨਾਲ, ਬਾਣੀ ਦੀ ਸੰਗਤ ਨਾਲ, ਸਾਧੂ ਦੀ ਸੰਗਤ ਨਾਲ, ਗੁਰੂ ਦੀ ਸੰਗਤ ਨਾਲ। ਵਿਣ ਦੰਤਾ ਜਗ ਖਾਇਆ। ਫਿਰ ਐਸੇ ਸੰਸਾਰ ਦੇ ਵਿੱਚ ਅਸੀਂ ਚਰਨਿੰਗ ਵਿੱਚ ਰਹਿੰਦੇ ਹਾਂ ਔਰ ਠੱਗੇ ਜਾਂਦੇ ਹਾਂ। ਇੰਨੀ ਠੱਗੀ ਜਗ ਠੱਗਿਆ, ਕਿੰਨੇ ਨਾ ਰੱਖੀ ਲਾਜ। ਔਰ ਕਿਸੇ ਦੀ ਵੀ ਲਾਜ ਨਹੀਂ ਰੱਖਦਾ। ਫਿਰ ਜੀਵਨ ਠੱਗਦਾ ਹੈ, ਕਿਉਂਕਿ ਅਸੀਂ ਦੇਖ ਗਲਤ ਰਹੇ ਹਾਂ, ਅਸੀਂ ਜੀ ਗਲਤ ਰਹੇ ਹਾਂ। ਅਸੀਂ ਬਿਨਾਂ ਉਸ ਦੇ ਨੇਚਰ ਨੂੰ ਜਾਣੇ, ਬਿਨਾਂ ਧਰਮ ਨੂੰ ਜਾਣੇ ਧਰਮ ਸਮਝ ਰਹੇ ਹਾਂ। ਇਹ ਕਮਾਲ ਦੀ ਪੌੜੀ ਹੈ। ਵੈਸੇ ਕੱਲ੍ਹ ਤੋਂ ਮੈਂ ਜਦੋਂ ਇਸ ਪੌੜੀ ਦੇ ਦਰਸ਼ਨ ਕਰਦਾ ਹਾਂ, ਕਈ ਪੰਕਤੀਆਂ ਵਿੱਚ ਮਨ ਖਲੋ ਜਾਂਦਾ ਹੈ। ਗੁਰੂ ਇੰਨੀ ਡੂੰਘੀ ਗੱਲ ਕਰ ਜਾ ਰਹੇ ਹੈ ਕਿ ਜੀਵਨ ਕੁਛ ਨਵਾਂ ਹੀ ਦਿਖਦਾ ਹੈ। ਕੂੜ ਦੀ ਗੱਲ ਚਲਾ ਦਿੱਤੀ ਅੱਜ ਸਾਹਿਬ ਨੇ। ਮੇਰੇ ਜੀਵਨ ਦੀ ਗੱਲ ਕਰ ਰਹੇ ਹਨ ਕਿ ਮੈਂ ਕਿਸ ਤਰ੍ਹਾਂ ਜੀ ਰਿਹਾ ਹਾਂ। ਗੁਰੂ ਨੇ ਤਾਂ ਸੱਚ ਦੇਖਿਆ ਹੈ ਜੀਵਨ ਵਿੱਚ, ਔਰ ਸੱਚ ਹੀ ਜੀਆ ਹੈ। ਸਭ ਕੁਝ ਕੀਤਾ ਹੈ, ਪਰਿਵਾਰ ਵੀ ਪਾਲਿਆ ਹੈ, ਕਾਰੋਬਾਰ ਵੀ ਕੀਤਾ ਹੈ, ਮੋਦੀ ਖਾਨਾ ਵੀ ਚਲਾਇਆ ਹੈ। ਮੈਂ ਵੀ ਤਾਂ ਇਹੀ ਸਭ ਕੁਝ ਕਰਦਾ ਹਾਂ। ਪਰ ਗੁਰੂ ਨੂੰ ਦੁਨੀਆ ਵਿੱਚ ਸੱਚ ਲੱਭਿਆ ਹੈ, ਮੈਨੂੰ ਕੂੜ ਲੱਭਦਾ ਹੈ। ਗੁਰੂ ਸੁਰਖਰੂ ਗਏ ਹਨ, ਮੈਂ ਭਾਰੀ ਮਨ ਨਾਲ ਜੀਂਦਾ ਹਾਂ। ਗੁਰੂ ਨੂੰ ਆਨੰਦ ਮਿਲਿਆ ਹੈ, ਮੈਂ ਦੁੱਖ ਦੇਖਦਾ ਹਾਂ। ਕੁਆਲਿਟੇਟਿਵ ਡਿਫਰੈਂਸ ਹੈ ਜੀਵਨ ਦਾ। ਮੈਂ ਵਿਛੋੜੇ ਦੀ ਅੱਗ ਵਿੱਚ ਭਲਕਦਾ ਹਾਂ, ਭਖਦਾ ਹਾਂ। ਗੁਰੂ ਸਦਾ ਮਿਲਣ ਦੀ ਗੱਲ ਕਰਦੇ ਹਨ। ਗੁਰੂ ਨੇ ਮਨ ਦੇ ਵਿੱਚ ਇੱਕ ਹੋਰ ਗੱਲ ਜਾਣੀ ਹੈ ਜਿਹੜੀ ਮੈਂ ਨਹੀਂ ਜਾਣਦਾ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਅੰਤਰਗਤ ਤੀਰਥ ਮਲਨਾਓ। ਮਹਾਰਾਜ ਕਹਿੰਦੇ ਹਨ, ਕੂੜ ਰਾਜਾ ਹੈ, ਕੂੜ ਪਰਜਾ ਹੈ, ਕੂੜ ਸਭ ਸੰਸਾਰ। ਇਹ ਸਭ ਝੂਠ ਹੈ, ਇੱਕ ਪਰਦੇ ਦੀ ਤਰ੍ਹਾਂ ਹੈ। ਮੈਂ ਉਸ ਨੂੰ ਉਸ ਤਰ੍ਹਾਂ ਨਹੀਂ ਜਾਣ ਰਿਹਾ ਜਿਸ ਤਰ੍ਹਾਂ ਇਹ ਹੈ। ਇਹ ਸਭ ਟੈਂਪਰਰੀ ਹੈ, ਔਰ ਮੈਂ ਇਹਨੂੰ ਪਰਮਾਨੈਂਟ ਜਾਣ ਰਿਹਾ। ਇੱਥੋਂ ਕੂੜ ਉਪਜਦਾ ਹੈ। ਅਗਰ ਮੈਂ ਇਸ ਨੂੰ ਟੈਂਪਰਰੀ ਜਾਣ ਕੇ ਜੀਆਂਗਾ ਤਾਂ ਫਿਰ ਇਹ ਕੂੜ ਨਹੀਂ ਉਪਜਦਾ, ਕਿਉਂਕਿ ਇਹਦੀ ਆਖਰੀ ਪੌੜੀ ਵਿੱਚ ਸਾਹਿਬ ਸਾਨੂੰ ਦੱਸਦੇ ਹਨ, ਤੁਧ ਬਾਜ ਕੂੜੋ ਕੂੜ।
ਬਿਨਾਂ ਨਿਰੰਕਾਰ ਨੂੰ ਜਾਣੇ, ਬਿਨਾਂ ਕਰਤੇ ਨੂੰ ਜਾਣੇ ਇਸ ਜੀਵਨ ਨੂੰ ਜੀਣਾ ਕੂੜ ਹੈ, ਝੂਠ ਹੈ। ਬਿਨਾਂ ਆਤਮਾ ਨੂੰ ਜਾਣੇ ਸਰੀਰ ਨੂੰ ਭੋਗ ਲੈਣਾ ਕੂੜ ਹੈ। ਉਹ ਫਿਰ ਦੁੱਖ ਵੱਲ ਹੀ ਜਾਏਗਾ, ਕਿਉਂਕਿ ਮੈਂ ਇੱਕ ਡਿਵਾਈਸ ਲੈ ਲਿਆ ਔਰ ਉਸ ਦੀ ਜਿਹੜੀ ਮੈਨੂਅਲ ਹੈ ਉਹ ਪੜ੍ਹੀ ਨਹੀਂ, ਉਹਨੂੰ ਵਰਤਣਾ ਕਿਵੇਂ ਹੈ, ਉਸ ਨੂੰ ਸੰਭਾਲਣਾ ਕਿਵੇਂ ਹੈ, ਉਸ ਦੀ ਆਪਟੀਮਮ ਯੂਟੀਲਾਈਜੇਸ਼ਨ ਕਿਵੇਂ ਕਰਨੀ ਹੈ, ਉਹ ਸਭ ਮੇਰੇ ਤੋਂ ਹੁਣ ਓਝਲ ਹੀ ਰਹੇਗਾ, ਕਿਉਂਕਿ ਮੈਂ ਕਰਮ ਹੀ ਇਹੋ ਜਿਹੇ ਕੀਤੇ ਹਨ। ਨਾਨਕ ਵਖਾਣੇ ਬੇਨਤੀ ਤੁਝ ਬਾਝ ਕੂੜੋ ਕੂੜ। ਇੱਥੇ ਕੁਆਲਿਟੇਟਿਵ ਡਿਫਰੈਂਸ ਹੈ ਲਾਈਫ ਦਾ। ਗੁਰੂ ਨਾਨਕ ਸਾਹਿਬ ਆਤਮ ਰਸ ਵਿੱਚ ਭਿੱਜੇ ਜੀਵਨ ਨੂੰ ਜਾਣਦੇ ਹਨ, ਅਸੀਂ ਆਤਮਾ ਨੂੰ ਜਾਣਦੇ ਹੀ ਨਹੀਂ ਹਾਂ। ਅਸੀਂ ਸਰੀਰ ਨੂੰ ਜੀਵਨ ਜਾਣਦੇ ਹਾਂ। ਗੁਰੂ ਕੁਝ ਹੋਰ ਜੀਵਨ ਦੱਸੇਗਾ ਇਹਨਾਂ ਪੌੜੀਆਂ ਵਿੱਚ। ਮਹਾਰਾਜ ਕਹਿ ਰਹੇ ਹਨ ਕਿ ਇਹ ਸਭ ਕੂੜ ਹੈ। ਰਾਜਾ ਵੀ ਕੂੜਾ ਹੈ, ਪਰਜਾ ਵੀ ਕੂੜ ਹੈ, ਇਹ ਸਾਰਾ ਸੰਸਾਰ ਹੀ ਕੂੜ ਹੈ, ਝੂਠ ਹੈ, ਇੱਕ ਫਾਲਸਹੁੱਡ ਹੈ ਜੋ ਮੈਂ ਜੀ ਰਿਹਾ ਹਾਂ ਸੱਚ ਸਮਝ ਕੇ। ਕੂੜ ਮੰਡਪ, ਕੂੜ ਮਾੜੀ, ਇਹ ਜਿਹੜੇ ਮੰਡਪ ਬਣੇ ਹਨ, ਵਿਆਹ ਦੇ ਮੰਡਪ ਹੋਏ ਜਾਂ ਹੋਰ ਵੀ ਸਟੇਜਸ ਹੋਣ, ਮਹਿਲ ਬਣੇ ਹਨ, ਕੂੜ ਬੈਸਣਹਾਰ ਜੋ ਉਹਦੇ ਵਿੱਚ ਬੈਠਦੇ ਹਨ ਉਹ ਵੀ ਕੂੜੇ ਹਨ, ਉਹਨਾਂ ਨੂੰ ਵੀ ਕੂੜ ਹੀ ਗਿਆਨ ਹੈ, ਝੂਠੇ ਹਨ। ਇਹ ਸਭ ਇੱਕ ਪਲੇ ਹੈ ਜਿਹਦੀ ਕੋਈ ਰੈਲੇਵੈਂਸ ਐਬਸੋਲੂਟ ਵਿੱਚ ਨਹੀਂ ਹੈ, ਟੈਂਪਰਰੀਲੀ ਵੈਲਿਊ ਹੋਏਗੀ ਇਹਦੀ। ਅਸੀਂ ਸੋਨੇ ਨੂੰ ਵੈਲਿਊਬਲ ਗਿਣਦੇ ਹਾਂ, ਕੂੜ ਸੋਨਾ, ਕੂੜ ਰੂਪਾ, ਰੂਪਾ ਸਿਲਵਰ, ਕੂੜ ਪੈਨਹਾਰ। ਗੁਰੂ ਕਹਿ ਰਿਹਾ ਜੋ ਇਹਨੂੰ ਪਾ ਰਿਹਾ ਹੈ ਉਹ ਵੀ ਕੂੜ, ਉਹ ਵੀ ਝੂਠਾ, ਉਹ ਵੀ ਝੂਠ ਹੈ। ਇਹ ਸੋਨਾ ਵੀ ਝੂਠ ਹੈ, ਇਹ ਰੂਪਾ ਵੀ ਝੂਠ ਹੈ। ਇਹ ਵੈਲਿਊਬਲ ਚੀਜ਼ਾਂ ਨਹੀਂ ਹਨ ਜੀਵਨ ਦੀਆਂ। ਅਸਲ ਵੈਲਿਊ ਜੀਵਨ ਦੀ ਕਿਧਰੇ ਹੋਰ ਹੈ, ਅਸੀਂ ਨਹੀਂ ਜਾਣ ਪਾ ਰਹੇ ਹੈ ਕਿੱਥੇ। ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਰੂਪ ਨੂੰ ਵੈਲਿਊ ਗਿਣੀ ਜਾਂਦੀ ਹੈ। ਹੁਣ ਅੱਜ ਕੱਲ੍ਹ ਮਿਸ ਯੂਨੀਵਰਸ, ਮਿਸ ਇੰਡੀਆ, ਮਿਸ ਵਰਲਡ ਰੂਪ ਔਰ ਸੋਚ ਦੀ ਥਾਟ ਨੂੰ ਐਲੀਵੇਟ ਕਰਦੇ ਆ, ਵੈਲਿਊ ਗਿਣਦੇ ਪਏ ਹਾਂ। ਗੁਰੂ ਕਹਿ ਰਿਹਾ ਕਿ ਬਹੁਤ ਅੱਛੀ ਰੂਪ ਵੀ ਹੋਏ ਉਹ ਵੀ ਕੂੜ ਹੈ, ਝੂਠ ਹੈ। ਇੱਕ ਭੁਲੇਖਾ ਹੈ, ਦੇਖਣਾ ਇਹਦਾ ਸੱਤ ਕੁਝ ਹੋਰ ਹੈ, ਜੀ ਕੁਝ ਹੋਰ ਰਹੇ ਹਾਂ ਅਸੀਂ। ਮਹਾਰਾਜ ਸਾਨੂੰ ਇਹ ਅਗਾਹ ਕਰ ਰਹੇ ਹਨ। ਅਸੀਂ ਸਮਝ ਰਹੇ ਹਾਂ ਮਿੱਠਾ ਖਾ ਰਹੇ ਹਾਂ, ਪਰ ਹੈ ਉਹ ਕੌੜਾ। ਉੱਪਰੋਂ ਮਿੱਠਾ ਦਿਖਦਾ ਹੋਏਗਾ, ਦੇਖਣ ਦਾ ਭੁਲੇਖਾ ਹੈ, ਸੈਂਸਿਸ ਦੀ ਘਾਟ ਹੈ। ਅਸੀਂ ਬਾਹਰ ਮੁਖੀ ਜੀਵਨ ਜੀ ਰਹੇ ਹਾਂ। ਗੁਰੂ ਇੱਕ ਨਵੀਂ ਗੱਲ ਕਰਨਗੇ ਇਸ ਪੌੜੀ ਵਿੱਚ, ਨਵੀਂ ਤਾਂ ਨਹੀਂ ਹੈ ਵੈਸੇ, ਪਰ ਇੱਕ ਨਵੇਂ ਤਰੀਕੇ ਨਾਲ ਸਮਝਾਣਗੇ। ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਘਰ ਵਾਲਾ ਹੋਇਆ, ਬੀਬੀ ਹੋਏ। ਮਹਾਰਾਜ ਕਹਿ ਰਹੇ ਇਹ ਸਭ ਝੂਠ ਹੈ। ਇੱਥੇ ਖੱਪ ਜਾਣਗੇ, ਖਤਮ ਹੋ ਜਾਣਗੇ ਸਮੇਂ ਨਾਲ। ਕੂੜ ਕੂੜੇ ਨੇਹੋ ਲੱਗਾ, ਵਿਸਰਿਆ ਕਰਤਾਰ। ਜਿਸ ਨੂੰ ਕਰਤਾਰ ਵਿਸਰ ਗਿਆ, ਨਹੀਂ ਜਾਣਦਾ ਕਰਤਾਰ ਕੌਣ ਹੈ, ਉਸ ਨੂੰ ਝੂਠ ਨਾਲ ਪ੍ਰੇਮ ਹੋ ਗਿਆ। ਹੋਰ ਹੈ ਕੀ ਫਿਰ ਉਹਦੇ ਕੋਲ? ਕੁਛ ਵੀ ਨਹੀਂ ਹੈ। ਜਦ ਸੱਚ ਨੂੰ ਜਾਣਿਆ ਨਹੀਂ ਤਾਂ ਫਿਰ ਝੂਠ ਨਾਲ ਹੀ ਤਾਂ ਆਈਡੈਂਟੀਫਾਈ ਕਰਾਂਗੇ। ਸੱਚ ਵੱਲ ਮੂੰਹ ਹੀ ਨਹੀਂ ਕੀਤਾ। ਕੂੜ ਕੂੜੇ ਨੇਹੋ ਲੱਗਾ, ਵਿਸਰਿਆ ਕਰਤਾਰ। ਕਿਸ ਨਾਲ ਕੀਚੇ ਦੋਸਤੀ, ਸਭ ਜਗ ਚੱਲਣਹਾਰ। ਇੱਥੇ ਕੁਝ ਪਰਮਾਨੈਂਟ ਨਹੀਂ ਹੈ, ਕਿਹਦੇ ਨਾਲ ਸਾਂਝ ਪਾਵਾਂਗੇ। ਕਿਸ ਨਾਲ ਵਿਛੋੜਾ ਔਰ ਕਿਸ ਨਾਲ ਮਿਲਣ, ਦੋਨੋਂ ਹੀ ਇਸੇ ਤਰ੍ਹਾਂ ਹੀ ਅਧੂਰੇ ਹਨ। ਨਾ ਮਿਲਣਾ ਪੂਰਾ ਹੈ, ਨਾ ਵਿਛੋੜਾ ਪੂਰਾ ਹੈ। ਮਨ ਕਰਕੇ ਜਦੋਂ ਮਿਲ ਜਾਂਦੇ ਹਾਂ ਤਾਂ ਇੱਕ ਮਨ ਹੋ ਜਾਂਦਾ ਹੈ। ਗੱਲ ਉੱਥੇ ਆਏਗੀ ਇਸ ਪੌੜੀ ਦੇ ਵਿੱਚ। ਹੋਏ ਇੱਕ ਮਨ ਅਲਖ ਤੇ ਆਈ ਹੈ। ਕਮਾਲ ਦੀ ਪੌੜੀ ਹੈ। ਰਸਤਾ ਦੱਸ ਰਹੇ ਹਨ ਕਿਹੜਾ ਹੈ, ਪਰ ਪਹਿਲੇ ਸਾਨੂੰ ਆਪਣੇ ਭੁਲੇਖਿਆਂ ਤੋਂ ਤੋੜ ਰਹੇ ਹਨ। ਸਾਨੂੰ ਦੱਸ ਰਹੇ ਹਨ ਕਿ ਇਹ ਸਭ ਕੁਝ ਗਲਤ ਕਰ ਰਹੇ ਹੋ ਮਹਾਰਾਜ। ਜਿਸ ਨੂੰ ਤੁਸੀਂ ਸੱਚ ਸਮਝ ਰਹੇ ਹਾਂ, ਜਿਸ ਨੂੰ ਅਸੀਂ ਸੱਚ ਸਮਝ ਰਹੇ ਹਾਂ, ਜਿਸ ਨੂੰ ਅਸੀਂ ਜੀਵਨ ਜਾਣਦੇ ਹਾਂ, ਉਹ ਜੀਵਨ ਹੈ ਨਹੀਂ। ਉਹ ਜੀਵਨ ਦੀ ਸਰਫੇਸ ਹੈ, ਅਧੂਰਾ।
ਅਧੂਰਾਪਨ ਹੈ, ਪੂਰੀ ਤਰ੍ਹਾਂ ਜੀਵਨ ਨੂੰ ਨਹੀਂ ਜਾਣੇ। ਕੂੜ ਮਿੱਠਾ ਕੂੜ ਮਾਖਿਓ, ਕੂੜ ਡੂਬੇ ਪੁਰ। ਮਹਾਰਾਜ ਕਹਿ ਰਹੇ ਹਨ ਕਿ ਇਸ ਨੂੰ ਜਿਸ ਨੇ ਮਿੱਠਾ ਜਾਣ ਲਿਆ, ਜਿਸ ਨੂੰ ਇਹਦੇ ਵਿੱਚ ਆਪਣਾ ਮਨ ਲਗਾ ਦਿੱਤਾ, ਉਹ ਡੁੱਬ ਗਿਆ। ਪੂਰੇ ਹੀ ਕਈ ਲੋਕ ਡੁੱਬ ਗਏ ਹਨ, ਇਹਦੇ ਵਿੱਚ ਹੀ ਡੁੱਬ ਗਏ, ਮਤਲਬ ਨਾਸ ਹੋ ਗਿਆ ਹੈ ਉਹਨਾਂ ਦਾ, ਜੀਵਨ ਹੀ ਖਤਮ ਹੋ ਗਿਆ, ਓਪਰਚੁਨਿਟੀ ਲੌਸਟ। ਨਾਨਕ ਵਖਾਣੇ ਬੇਨਤੀ ਤੁਝ ਬਾਜ ਕੂੜੋ ਕੂੜ, ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ। ਪੂਰੀ ਤਰ੍ਹਾਂ ਡੁਬਾ ਦਿੰਦਾ ਹੈ ਕੂੜ। ਜਿਵੇਂ ਲੋਹੇ ਨੂੰ ਰਸਟ ਖਤਮ ਕਰ ਦੇ, ਬਿਲਕੁਲ ਉਸ ਨੂੰ ਖਤਮ ਕਰ ਦਿੰਦਾ, ਯੂਜ਼ਲੈਸ ਬਣਾ ਦਿੰਦਾ। ਇਸ ਕੂੜ ਦੇ ਵੱਲ, ਕੂੜ ਦਾ ਜੀਵਨ ਜੀਂਦੇ ਹੋਏ ਸਾਡਾ ਜੀਵਨ ਗਲ ਜਾਂਦਾ ਹੈ, ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ। ਔਰ ਫਿਰ ਰਹਿੰਦਾ ਕੀ ਹੈ ਜੀਵਨ ਵਿੱਚ? ਸਿਰਫ ਝੂਠ ਹੀ ਰਹਿੰਦਾ ਹੈ, ਸੱਤ ਨਹੀਂ ਮਿਲਦਾ ਹੈ। ਨਾਨਕ ਵਖਾਣੇ ਬੇਨਤੀ ਤੁਝ ਬਾਜ ਕੂੜੋ ਕੂੜ, ਤੁਧ ਬਾਜ ਕੂੜੋ ਕੂੜ। ਬਿਨਾਂ ਨਿਰੰਕਾਰ ਦੇ ਸਿਰਫ ਝੂਠ ਹੀ ਝੂਠ ਜੀਵਨ ਵਿੱਚ ਰਹਿ ਜਾਂਦਾ ਹੈ, ਕੋਈ ਸੱਤ ਨਹੀਂ ਰਹਿੰਦਾ। ਇੱਕ ਇਹੋ ਜਿਹਾ ਐਕਸਪੀਰੀਅੰਸ ਜਿਹਦੇ ਵਿੱਚ ਹੱਥ ਵਿੱਚ ਕੁਛ ਵੀ ਨਹੀਂ ਆ ਰਿਹਾ, ਦਸਤਗੀਰ ਨਾ ਹੈ, ਇੱਥੇ ਹੱਥ ਵਿੱਚ ਕੁਛ ਨਹੀਂ ਆਏਗਾ, ਕਿਉਂਕਿ ਜਿਹੜਾ ਜੀਵਨ ਦਾ ਸੱਤ ਹੈ ਉਸ ਨੂੰ ਮੈਂ ਜਾਣਿਆ ਹੀ ਨਹੀਂ ਹੈ, ਸਿਰਫ ਸਰੀਰ ਨੂੰ ਜੀਵਨ ਜਾਣਿਆ ਹੈ। ਮੈਂ ਮੇਰਾ ਸਰੀਰ ਹਾਂ, ਇਹ ਮੇਰਾ ਜੀਵਨ ਹੈ, ਇੱਥੇ ਹੀ ਸ਼ੁਰੂ ਔਰ ਇੱਥੇ ਹੀ ਖਤਮ ਹੋ ਰਹੀ ਹੈ ਗੱਲ ਸਾਰੀ। ਅਸੀਂ ਅੰਦਰ ਦੇ ਦਰਵਾਜ਼ੇ ਵੱਲ ਤੇ ਗਏ ਹੀ ਨਹੀਂ ਹਾਂ ਕਦੇ, ਕੇਵਲ ਬਾਹਰ ਜਾਂਦੇ ਹਾਂ, ਕੇਵਲ ਬਾਹਰ ਵੱਲ ਸਾਡਾ ਮਨ ਜਾ ਰਿਹਾ ਹੈ। ਅੰਦਰ ਦੇ ਜਿਹੜੇ ਰਸਤੇ ਹਨ ਉਹ ਨਹੀਂ ਖੁੱਲ੍ਹੇ ਹਨ, ਨਾ ਉਹਨਾਂ ਨੂੰ ਖੋਲ੍ਹਣ ਵਿੱਚ ਯਤਨ ਕੀਤਾ ਜਾ ਰਿਹਾ ਹੈ। ਗੁਰੂ ਸਾਹਿਬ ਸਾਨੂੰ ਇਹ ਗੱਲ ਸਮਝਾ ਚੁੱਕੇ ਹਨ, ਕਈ ਵਾਰ ਕਈ ਤਰੀਕਿਆਂ ਨਾਲ ਸਮਝਾਉਂਦੇ ਹਨ। ਮਹਾਰਾਜ ਨੇ ਉਦੋਂ ਵੀ ਕਿਹਾ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੇ ਸੰਗ ਸਮਾਈ। ਤੇਰੇ ਨਾਲ ਜਿਹੜਾ ਜੀ ਰਿਹਾ ਹੈ, ਮੇਰੇ ਨਾਲ ਜਿਹੜਾ ਜੀ ਰਿਹਾ ਹੈ, ਉਸ ਨੂੰ ਤਾਂ ਮੈਂ ਜਾਣਿਆ ਹੀ ਨਹੀਂ ਹੈ। ਤੋਹੇ ਸੰਗ ਸਮਾਈ, ਮੇਰੇ ਨਾਲ ਜੀਂਦਾ ਹੈ ਮਹਾਰਾਜ। ਤਾਂ ਫਿਰ ਕਿਵੇਂ? ਉੱਥੇ ਵੀ ਫਿਰ ਬਾਰ-ਬਾਰ ਦੱਸਦੇ ਪਏ ਹਨ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਪਾਈ। ਅੰਦਰ ਖੋਜਣਾ, ਇਹਨੂੰ ਅੰਦਰ ਜਾਓ, ਆਪਣੇ ਅੰਦਰ, ਮਨ ਦੇ ਅੰਦਰ। ਅਗਰ ਮਨ ਦੇ ਵਰਡ ਨੂੰ ਐਨਾਲਾਈਜ਼ ਕਰਾਂਗੇ ਤੇ ਇਹੀ ਡੈਫੀਨੇਸ਼ਨ ਮਿਲੇਗੀ, ਮਨ ਦੇ ਅੰਦਰ। ਮਨ ਦੇ ਅੰਦਰ ਵਸਦਾ ਹੈ, ਮੈਂ ਬਾਹਰ ਹੀ ਲੱਭਦਾ ਰਹਿੰਦਾ ਹਾਂ। ਟੁਕਦਮ ਕਰਾਰੀ ਜੋ ਕਰੇ, ਹਾਜ਼ਰ ਹਜ਼ੂਰ ਖੁਦਾਏ, ਬੰਦੇ ਖੋਜ ਦਿਲ ਹਰ ਰੋਜ਼। ਮੈਂ ਇਹ ਕਿੰਨਾ ਕਰ ਰਿਹਾ ਹਾਂ, ਇਹ ਚੀਜ਼ ਮੈਨੂੰ ਐਨਾਲਾਈਜ਼ ਕਰਨੀ ਹੈ ਆਪ, ਅਸੀਂ ਸਾਰਿਆਂ ਨੂੰ ਕਰਨੀ ਹੈ। ਜੀਵਨ ਦੇ ਵਿੱਚ ਮੈਂ ਬਾਹਰ ਮੁਖੀ ਜੀਵਨ ਹੀ ਜੀ ਰਿਹਾ ਹਾਂ, ਸਰੀਰ ਦਾ ਜੀਵਨ ਹੀ ਜੀ ਰਿਹਾ ਹਾਂ, ਔਰ ਮੈਂ ਆਤਮਾ ਦਾ ਦੁੱਖ, ਆਤਮਾ ਦਾ ਸੁੱਖ ਪਾਲਦਾ ਹਾਂ। ਹੈਪੀਨੈਸ ਫੋਰਐਵਰ, ਇਹ ਆਤਮਿਕ ਸੁੱਖ ਹੈ, ਇਹ ਸਰੀਰਕ ਸੁੱਖ ਨਹੀਂ ਹੈ। ਸਰੀਰ ਦੇ ਸੁੱਖ ਔਰ ਦੁੱਖ ਦੇ ਨਾਲ ਚੱਲਦੇ ਹਨ, ਆਤਮਾ ਦਾ ਸੁੱਖ ਸਦਾ ਹੈ। ਲੱਭ ਮੈਂ ਆਤਮਿਕ ਸੁੱਖ ਰਿਹਾ ਹਾਂ, ਪਰ ਮੈਂ ਜੀਵਨ ਸਰੀਰਕ ਜੀ ਰਿਹਾ ਹਾਂ, ਆਤਮਿਕ ਜੀਵਨ ਨਹੀਂ ਜੀ ਰਿਹਾ। ਇੱਕ ਕੁਆਲਿਟੀ ਹੈ ਮੇਰੇ ਜੀਵਨ ਦੀ, ਇਸ ਨੂੰ ਮੈਂ ਕਿਵੇਂ ਚੇਂਜ ਕਰਨਾ ਹੈ, ਕਿਵੇਂ ਇਹਨੂੰ ਬਦਲ ਸਕਦੇ ਹਾਂ? ਇਹੀ ਤਾਂ ਜੀਵਨ ਨੂੰ ਜੀਣ ਦਾ ਤਰੀਕਾ ਹੈ। ਫਿਰ ਇਹ ਜਿਹੜੇ ਪਰਸਪੈਕਟਿਵਸ ਹਨ ਲਾਈਫ ਦੇ ਮੇਰੇ, ਲਾਸ, ਫੇਲੀਅਰ, ਡੈਥ, ਸੈਪਰੇਸ਼ਨ, ਇਹ ਸਭ ਪਰਸਪੈਕਟਿਵਸ ਬਦਲ ਜਾਂਦੇ ਹਨ, ਕਿਉਂਕਿ ਜੋ ਕੁਝ ਅਸੀਂ ਟੈਂਪਰਰੀ ਜੀ ਰਹੇ ਹਾਂ ਉਹ ਸਰੀਰਕ ਹੈ, ਪਰ ਜੋ ਸੱਤ ਹੈ ਉਹ ਸਦਾ ਹੈ। ਉਹਦੇ ਕੋਈ ਵਿਛੋੜਾ ਨਹੀਂ ਹੈ, ਉੱਥੇ ਕੋਈ ਦੁੱਖ ਨਹੀਂ ਹੈ।
ਉਸ ਐਕਸਪੀਰੀਅੰਸ ਵਿੱਚ ਸਦਾ ਵਿਗਾਸ ਹੈ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁੱਖ ਪਾਪ ਕਾ ਨਾਸ। ਸੁਣਨ ਦੀ ਇੱਕ ਵਿਧੀ ਨਾਲ, ਇੱਕ ਮੈਥਡ ਨਾਲ ਦੁੱਖ ਔਰ ਪਾਪ ਦਾ ਨਾਸ ਹੁੰਦਾ ਹੈ। ਸੱਚ ਨੂੰ ਸੁਣ ਲਿਆ, ਗੁਰੂ ਨੇ ਕਿਹਾ ਸ਼ਬਦ ਨੂੰ ਸੁਣ ਲੈ, ਗਾਵੀਏ ਸੁਣੀਏ। ਟਰਾਂਸਫਰਮੇਸ਼ਨ ਮਨ ਦੀ ਸੁਣਨ ਤੋਂ ਹੋਏਗੀ। ਸੁਣਨਾ ਆਰੰਭ ਹੈ ਜੀਵਨ ਦੇ ਬਦਲਣ ਦਾ, ਪਰ ਮੇਰਾ ਮਨ ਸੁਣੇਗਾ ਤਾਂ। ਅਸੀਂ ਮਨ ਤੋਂ ਨਹੀਂ ਸੁਣਦੇ, ਕੰਨਾਂ ਤੋਂ ਸੁਣ ਰਹੇ ਹਾਂ। ਮਨ ਦੇ ਵਿੱਚ ਕੁਝ ਵੀ ਨਹੀਂ ਜਾ ਰਿਹਾ ਹੈ, ਚੇਂਜ ਨਹੀਂ ਹੋ ਪਾ ਰਿਹਾ। ਜਦ ਮੇਰਾ ਮਨ ਇੱਕ ਮਨ ਹੋਏਗਾ ਤਾਂ ਮਨ ਤੋਂ ਸੁਣਾਂਗਾ, ਨਹੀਂ ਤਾਂ ਸੁਣ ਨਹੀਂ ਪਾਵਾਂਗਾ। ਨਹੀਂ ਤਾਂ ਸ਼ੋਰ ਹੀ ਹੈ ਅੰਦਰ, ਥਾਟਸ ਹੀ ਚੱਲ ਰਹੀਆਂ ਹਨ। ਸੁਣਨ ਤੋਂ ਪਹਿਲਾਂ ਪ੍ਰਸ਼ਨ ਉੱਠ ਰਹੇ ਹਨ, ਤਾਂ ਕਿਵੇਂ ਸੁਣ ਸਕਦਾ ਹੈ? ਮਨ ਜਦੋਂ ਦੁਵੈਤ ਹੈ, ਦੁਫਾੜ ਹੈ। ਆਸਾ ਦੀ ਵਾਰ ਵਿੱਚ ਹੀ ਸਮਝਾਣਗੇ ਕਿ ਬੀਜ ਹੀ ਜਦ ਟੁੱਟਿਆ ਹੋਇਆ ਹੈ ਤਾਂ ਕਿਵੇਂ। ਬੀਜ ਦੀ ਗੱਲ ਵੀ ਬੜੀ ਨਿਰਾਲੀ ਹੈ, ਕਿਉਂਕਿ ਹਰ ਥਾਟ ਇੱਕ ਬੀਜ ਹੈ। ਇੱਥੇ ਬਾਣੀ ਦੀ ਬੜੀ ਰੈਲੇਵੈਂਸ ਹੋ ਜਾਂਦੀ ਹੈ, ਕਿਉਂਕਿ ਬਾਣੀ ਦੇ ਵਿੱਚ ਜਿਹੜੀ ਥਾਟ ਹੈ ਉਹ ਮੇਰੇ ਮਨ ਦੇ ਵਿੱਚ ਇੱਕ ਬੀਜ ਰੂਪ ਵਿੱਚ ਆ ਜਾਏ ਤਾਂ ਉਹ ਆਪਣਾ ਰੰਗ ਦਿਖਾਏਗੀ, ਚੇਂਜ ਲਿਆਏਗੀ। ਗੁਰੂ ਹੁਣ ਕਹਿੰਦੇ ਹਨ, ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ। ਬਿਨਾਂ ਨਿਰੰਕਾਰ ਨੂੰ ਜਾਣੇ ਜੀਵਨ ਨਰਕ ਹੀ ਹੈ। ਸਰੀਰ ਹੀ ਜੀਵਨ ਰਹਿ ਗਿਆ ਤੇ ਸਰੀਰ ਫਿਰ ਖਤਮ ਹੋਣ ਵਾਲਾ ਹੈ। ਇਸ ਕਰਕੇ ਜੀਵਨ ਸਦਾ ਲਈ ਨਹੀਂ ਹੋ ਸਕਦਾ, ਨਾ ਹੀ ਇਹਦਾ ਸੁੱਖ ਸਦਾ ਹੋ ਸਕਦਾ ਹੈ। ਇਹ ਜਾਣ ਕੇ ਜੀਏ ਤਾਂ ਫਿਰ ਵੀ ਠੀਕ ਹੈ। ਮੈਂ ਉਹ ਐਕਸੈਪਟ ਨਹੀਂ ਕਰਦਾ। ਮੈਂ ਮਾਇਆ ਵਿੱਚ ਰਹਿੰਦਾ ਹਾਂ, ਇਸ ਭੁਲੇਖੇ ਵਿੱਚ ਰਹਿੰਦਾ ਹਾਂ ਕਿ ਮੈਂ ਸਦਾ ਲਈ ਰਵਾਂਗਾ। ਜਿਹੜੀ ਚੀਜ਼ ਸਦਾ ਲਈ ਹੈ ਨਹੀਂ, ਉਸ ਨੂੰ ਮੈਂ ਸਦਾ ਲਈ ਜਾਣਦਾ ਹਾਂ। ਉੱਥੇ ਭੁਲੇਖਾ ਹੈ, ਫਿਰ ਇਹ ਮਾਇਆ ਹੈ। ਇੱਥੇ ਠੱਗਿਆ ਜਾਵਾਂਗਾ, ਇੱਥੇ ਬਿਨਾਂ ਦੰਤਾ ਖਾਧਾ ਜਾਵਾਂਗਾ। ਗੁਰੂ ਇਹੀ ਸਮਝਾ ਰਹੇ ਹਨ ਕਿ ਇਹ ਐਟੀਟਿਊਡ ਗਲਤ ਹੈ ਲਾਈਫ ਦਾ। ਇੱਥੇ ਸੱਚ ਦੀ ਗੱਲ ਨਹੀਂ ਚੱਲ ਰਹੀ ਹੈ। ਮੈਂ ਕੂੜ ਨਾਲ ਜੀ ਰਿਹਾ ਹਾਂ ਔਰ ਸੋਚ ਰਿਹਾ ਹਾਂ ਮੈਂ ਸੱਚ ਜੀ ਰਿਹਾ ਹਾਂ। ਟ੍ਰੇਨ ਵਾਂਗ ਸਵੇਰੇ ਜਪਜੀ ਸਾਹਿਬ ਪੜ੍ਹ ਲੈਂਦਾ ਹਾਂ, ਸੋਚਦਾ ਹਾਂ ਹੁਣ ਮੈਂ ਬਚ ਗਿਆ। ਮਨ ਦੀ ਕੁਆਲਿਟੀ ਬਦਲੀ ਨਹੀਂ, ਕਿਉਂਕਿ ਸੁਣਿਆ ਹੀ ਨਹੀਂ ਮੈਂ ਜਪਜੀ ਵਿੱਚ ਕੀ ਕਹਿ ਰਹੇ ਹਨ ਮਹਾਰਾਜ। ਅਗਰ ਮੈਂ ਇੱਕ ਮਨ ਨਾਲ ਸਿਰਫ ਮੂਲ ਮੰਤਰ ਹੀ ਕਰ ਲੈਂਦਾ ਤਾਂ ਸ਼ਾਇਦ ਮਨ ਦੀ ਕੁਆਲਿਟੀ ਬਦਲ ਜਾਂਦੀ ਹੈ। ਅਗਲੀ ਪੰਕਤੀ ਵਿੱਚ ਸਾਹਿਬ ਮਹਿਲਾ ਪਹਿਲਾ ਹੁਣ ਸੱਚ ਦੀ ਗੱਲ ਚਲਾ ਰਹੇ ਹਨ। ਸਮਝਾ ਚੁੱਕੇ ਹਨ ਕਿ ਕੂੜ ਦਾ ਜੀਵਨ ਜੀ ਰਹੇ ਹਾਂ ਅਸੀਂ। ਮਹਾਰਾਜ ਨੇ ਹੁਣ ਸੱਚ ਦੀ ਗੱਲ ਚਲਾਈ ਹੈ। ਅਸੀਂ ਇਹ ਵਿਚਾਰ ਚੁੱਕੇ ਹਾਂ ਕਿ ਉਸ ਸੱਚ ਦੀ ਗੱਲ ਜਿਹੜੀ ਸਦਾ ਲਈ ਹੈ, ਜਿੱਥੇ ਦਰਅਸਲ ਰਿਐਲਿਟੀ ਆਫ ਲਾਈਫ ਹੀ ਸੱਚ ਹੈ। ਕੂੜ ਤਾਂ ਸਿਰਫ ਇੱਕ ਪਰਦਾ ਹੈ, ਇੱਕ ਟੈਂਪਰਰੀ ਫਿਨੋਮੀਨਾ ਹੈ, ਪਰਮਾਨੈਂਸ ਨਹੀਂ ਹੈ ਉਹਦੇ 'ਚ ਕੁਝ ਵੀ। ਨਿਰੰਕਾਰ ਸਦਾ ਹੈ ਔਰ ਨਿਰੰਕਾਰ ਕਰਕੇ ਹੀ ਦੁਨੀਆ ਹੈ। ਜਿਹੜੀ ਵੀ ਚੀਜ਼ਾਂ ਅਸੀਂ ਵਰਤਦੇ ਹਾਂ ਉਹਦੇ ਵਿੱਚ ਨਿਰੰਕਾਰ ਹੈ, ਤਾਂ ਹੀ ਉਹਨੂੰ ਵਰਤ ਪਾਉਂਦੇ ਹਾਂ, ਤਾਂ ਹੀ ਉਹ ਚੇਤਨ ਵਿੱਚ ਆਉਂਦੀਆਂ ਹਨ। ਉਹ ਆਪਣੇ ਆਪ ਵਿੱਚ ਜੜ ਹਨ, ਉਹਨਾਂ 'ਚ ਆਪਣੀ ਲਾਈਫ ਨਹੀਂ ਹੈ। ਪਰ ਜਿਵੇਂ ਨਿਰੰਕਾਰ ਉਹਦੇ ਵਿੱਚ ਲਾਈਫ ਪਾ ਦਿੰਦਾ ਹੈ ਆਪਣੇ ਹੁਕਮ ਨਾਲ, ਤਾਂ ਫਿਰ ਉਹ ਚੇਤਨ ਹੋ ਜਾਂਦੀ ਹੈ। ਜਿਵੇਂ ਕੁਲਹਾੜੀ ਨੂੰ ਮੈਂ ਵਰਤਦਾ ਹਾਂ, ਕੁਲਹਾੜੀ ਆਪ ਵਿੱਚ ਜੜ ਹੈ, ਪਰ ਉਹ ਚੇਤਨ ਹੋ ਜਾਂਦੀ ਹੈ ਜਦੋਂ ਜਿਵੇਂ ਉਹਦੇ 'ਚ ਨਿਰੰਕਾਰ, ਜਿਵੇਂ ਮੈਂ ਉਹਨੂੰ ਵਰਤਦਾ ਹਾਂ, ਜਿਵੇਂ ਨਿਰੰਕਾਰ ਫਿਰ ਜੀਵਨ ਨੂੰ ਚੇਤਨ ਕਰ ਦਿੰਦਾ ਹੈ। ਨਿਰੰਕਾਰ ਕਰਕੇ ਹੀ ਸ੍ਰਿਸ਼ਟੀ ਹੈ ਔਰ ਉਹ ਹਰ ਜਗ੍ਹਾ ਹੈ। ਇਹ ਮੈਂ ਨਹੀਂ ਜਾਣਦਾ। ਇੱਥੇ ਸਾਰੀ ਲਾਈਫ ਦਾ ਕਨਫਿਊਜ਼ਨ ਸ਼ੁਰੂ ਹੁੰਦਾ ਹੈ, ਕੌਨਫਲਿਕਟ ਇੱਥੋਂ ਅਰਾਈਜ਼ ਹੁੰਦਾ ਹੈ। ਔਰ ਮੈਂ ਉਹਨੂੰ ਜਾਣਨ ਦਾ ਯਤਨ ਵੀ ਨਹੀਂ ਕਰ ਰਿਹਾ। ਮੈਂ ਸਮਝ ਰਿਹਾ ਹਾਂ ਕਿ ਅੱਧਾ ਘੰਟਾ ਮੈਂ ਪਾਠ ਕਰ ਲਿਆ ਤਾਂ ਉਹਦੇ ਨਾਲ ਮੈਂ ਤਰ ਜਾਵਾਂਗਾ, ਜਾਂ ਮੈਂ ਅੰਮ੍ਰਿਤ ਛਕ ਲਿਆ ਤੇ ਹੁਣ ਗਈ, ਹੁਣ
ਸਾਰੀ ਕਹਾਣੀ ਪਾਰ ਹੋ ਗਈ। ਮਨ ਦੇ ਵਿੱਚ ਕੀ ਵਰਤ ਰਿਹਾ ਹੈ, ਉਸ ਕੁਆਲਿਟੇਟਿਵ ਡਿਫਰੈਂਸ ਨੂੰ ਮੈਂ ਨਹੀਂ ਜਾਣ ਪਾ ਰਿਹਾ। ਇੱਥੇ ਸਾਰਾ ਇਸ਼ੂ ਰਾਈਜ਼ ਹੁੰਦਾ ਪ੍ਰੋਬਲਮ ਦਾ, ਜੋ ਮੈਨੂੰ ਲੱਗ ਰਿਹਾ ਹੈ। ਹੁਣ ਗੁਰੂ ਦੱਸ ਰਹੇ ਹਨ ਸੱਚ ਕਿਵੇਂ ਮਿਲੇਗਾ ਔਰ ਸੱਚ ਦੇ ਰਸਤੇ ਕੀ ਨੇ। ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ। ਇਸ ਹਿਰਦੇ ਵਿੱਚ ਇੱਕ ਸੱਚ ਹੈ। ਜਦ ਮੈਂ ਇਹਦੇ ਚੋਂ ਕੂੜ ਨੂੰ ਹਟਾਵਾਂਗਾ, ਇਹਦੇ ਪਰਦੇ ਨੂੰ ਹਟਾਵਾਂਗਾ, ਇਹਦੀ ਮੱਟੀ ਨੂੰ ਹਟਾਵਾਂਗਾ, ਇਹਦੇ ਮਲ ਨੂੰ ਹਟਾਵਾਂਗਾ, ਤਾਂ ਇਹ ਸੱਚ ਪ੍ਰਗਟ ਹੋਏਗਾ। ਕਿਵੇਂ ਪ੍ਰਗਟ ਹੋਏਗਾ? ਜਪਜੀ ਸਾਹਿਬ ਵਿੱਚ ਮਹਾਰਾਜ ਦੱਸ ਚੁੱਕੇ ਹਨ, ਨਾਮ ਦੇ ਨਾਲ ਪ੍ਰਗਟ ਹੋਏਗਾ। ਜਿਤਨਾ ਮੈਂ ਨਾਮ ਦੇ ਨੇੜੇ ਜਾਵਾਂਗਾ, ਜਿਤਨਾ ਮੈਂ ਨਾਮ ਦੇ ਅਭਿਆਸ ਵਿੱਚ ਬੈਠਾਂਗਾ, ਉਤਨਾ ਮੇਰਾ ਮਨ ਸ਼ੁੱਧ ਹੋਏਗਾ। ਕੜੀਏ ਸ਼ਬਦ ਸੱਚੀ ਟਕਸਾਲ। ਮਹਾਰਾਜ ਨੇ ਜਪਜੀ ਸਮਝਾਇਆ ਸਾਨੂੰ ਕਿ ਮਨ ਮੈਲਾ ਹੈ, ਮਨ ਐਕਸਪੀਰੀਐਂਸ਼ਲੀ ਮੈਲਾ ਹੈ। ਉਹ ਈਗੋ ਦੇ ਵਿੱਚ ਜੀ ਰਿਹਾ ਹੈ, ਉਹ ਬਿਨਾਂ ਈਗੋ ਦੇ ਜੀਵਨ ਨੂੰ ਜਾਣਦਾ ਨਹੀਂ ਹੈ। ਤਾਂ ਨਾਮ ਬਿਨਾਂ ਈਗੋ ਦਾ ਇੱਕ ਐਕਸਪੀਰੀਅੰਸ ਹੈ, ਜਿਹਦੇ 'ਚ ਮੈਂ ਉਸ ਸੱਚ ਨੂੰ ਖੋਲਾਂਗਾ ਜਿਹੜਾ ਮੇਰੇ ਅੰਤਰ ਵਿੱਚ ਹੈ। ਆਪ ਦੇ, ਮੇਰੇ, ਸਭ ਦੇ ਮਨ ਦੇ ਵਿੱਚ ਇੱਕ ਸੱਤ ਵਸਦਾ ਹੈ, ਜਿਹੜਾ ਸਦਾ ਵਿਕਾਸ ਵਿੱਚ ਹੈ। ਉਸ ਨੂੰ ਮੈਂ ਜਾਣਦਾ ਨਹੀਂ ਹਾਂ। ਐਸੇ ਰਸਤੇ ਨੂੰ ਗੁਰੂ ਸਾਹਿਬ ਸਾਨੂੰ ਪ੍ਰੇਰਦੇ ਪਏ ਹਨ। ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ। ਕੂੜ ਦੀ ਮਲ ਕਿ ਕੂੜੇ ਟੁੱਟੇ ਪਾਲ। ਇਹ ਮੈਲ ਜਦੋਂ ਉਤਰੇਗੀ, ਮਹਾਰਾਜ ਨੇ ਸਮਝਾਇਆ ਸਾਨੂੰ ਕਿ ਕੱਪੜੇ ਜਦੋਂ ਮੱਟੀ ਨਾਲ ਭਰ ਜਾਂਦੇ ਹਨ, ਦੇ ਸਾਬੁਣ ਭਰੀਏ ਉਹ ਧੋਏ, ਭਰੀਏ ਮਤ ਪਾਪਾ ਕੇ ਸੰਗ ਉਹ ਧੋਪੇ ਨਾਮੇ ਕੇ ਰੰਗ। ਨਾਮ ਦੇ ਰੰਗ ਦੇ ਵਿੱਚ ਮਨ ਧੋਤਾ ਜਾਂਦਾ ਹੈ। ਮਹਾਰਾਜ, ਮੇਰੇ ਤੋਂ ਪਰੇ ਇੱਕ ਪ੍ਰੇਮ ਦੀ ਲਹਿਰ ਉੱਠਦੀ ਹੈ। ਨਾਮ ਪ੍ਰਗਟ ਹੁੰਦਾ ਹੈ ਮਨ ਵਿੱਚ, ਗੁਰੂ ਨਾਲ ਮਿਲਨ ਹੋ ਜਾਂਦਾ ਹੈ, ਨਿਰੰਕਾਰ ਦੇ ਦਰਸ਼ਨ ਸ਼ੁਰੂ ਹੋ ਜਾਂਦੇ ਹਨ, ਆਤਮ ਦਾ ਰਸ ਮਿਲਣਾ ਸ਼ੁਰੂ ਹੋ ਜਾਂਦਾ ਹੈ, ਕੂੜ ਹੁਣ ਗਿਰਨਾ ਸ਼ੁਰੂ ਹੋ ਜਾਂਦਾ ਹੈ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਔਰ ਪ੍ਰੇਮ ਦੇ ਬਿਨਾ ਇਹ ਰਸਤਾ ਨਹੀਂ ਖੁੱਲੇਗਾ। ਸੱਚ ਨਾਲ ਪ੍ਰੇਮ ਕਰਨਾ ਹੈ ਮਹਾਰਾਜ। ਜਦੋਂ ਕੂੜ ਦਾ ਦੁੱਖ ਆਉਂਦਾ ਹੈ, ਉਸ ਵੇਲੇ ਸਮਝਣਾ ਹੈ ਕਿ ਕੂੜਾ ਜੋ ਅਸੀਂ ਜੀਵਨ ਜੀ ਰਹੇ ਹਾਂ, ਕੂੜ ਦਾ ਉਹ ਦੁੱਖ ਹੀ ਹੈ। ਤਾਂ ਫਿਰ ਸੱਚ ਨਾਲ ਪ੍ਰੇਮ ਲਾਜ਼ਮੀ ਹੈ। ਪਰ ਸਾਨੂੰ ਕੂੜ ਨੂੰ ਅਵੋਇਡ ਕਰਨ ਦੀ ਵਿਧੀਆਂ ਆਉਂਦੀਆਂ ਹਨ। ਨੈਟਫਲਿਕਸ ਚੱਲਦਾ ਹੈ, ਫਿਰ ਦੁੱਖ ਨੂੰ ਹਟਾਉਣ ਦੇ ਤਰੀਕੇ। ਦਰਅਸਲ ਗੱਲ ਇੱਥੇ ਖਿਲਦੀ ਹੈ ਸਾਰੀ ਕਿ ਜੀਵਨ ਦਾ ਰਸ ਇੱਕ ਇਕਾਗਰਤਾ ਵਿੱਚ ਹੈ, ਇੱਕ ਚਿੱਤ ਵਿੱਚ ਹੈ, ਇੱਕ ਪ੍ਰੇਮ ਵਿੱਚ ਹੈ, ਇੱਕ ਬਾਣੀ ਦੇ ਵਿੱਚ ਮਨ ਨੂੰ ਲੀਨ ਕਰਨ ਦੇ ਵਿੱਚ ਹੈ। ਉੱਥੇ ਗੁਰੂ ਦੇ ਦਰਸ਼ਨ ਪ੍ਰਤੱਖ ਹਨ, ਬਾਣੀ ਕਹਿ ਰਹੀ ਹੈ। ਅਸੀਂ ਉਸ ਕੁਆਲਿਟੇਟਿਵ ਚੇਂਜ ਨੂੰ ਮਨ ਵਿੱਚ ਨਹੀਂ ਹੋਣ ਦਿੰਦੇ। ਬਾਰ-ਬਾਰ ਅਸੀਂ ਸੱਚ ਵੱਲ ਜਾ ਕੇ ਫਿਰ ਕੂੜ ਦੇ ਵਿੱਚ ਡੁਬਕੀ ਲਗਾ ਲੈਂਦੇ ਹਾਂ। ਕੁਆਲਿਟੇਟਿਵ ਚੇਂਜ ਨਹੀਂ ਹੋ ਪਾਉਂਦਾ। ਹਲਕਾ ਜਿਹਾ ਨਾਮ ਦਾ ਰਸ ਆਇਆ, ਫਿਰ ਛੱਡ ਦਿੱਤਾ। ਪਰ ਜਦੋਂ ਇਸ ਨੂੰ ਅਸੀਂ ਪੂਰੀ ਤਰ੍ਹਾਂ ਅਪਣਾਵਾਂਗੇ ਤਾਂ ਮਹਾਰਾਜ ਕਹਿ ਰਹੇ ਹਨ ਕਿ ਨਾਮ ਮਨ ਦੇ ਵਿੱਚ ਪ੍ਰਗਟ ਹੋ ਕੇ ਹੀ ਹੁੰਦੇ ਹੀ ਮਨ ਦੇ ਵਿੱਚ ਸੱਚ ਪ੍ਰਗਟ ਹੋਏਗਾ। ਸੱਚ ਦੇ ਵਿੱਚ ਪ੍ਰੇਮ ਉੱਠੇਗਾ, ਮਨ ਦੇ ਵਿੱਚ ਪ੍ਰੇਮ ਉੱਠੇਗਾ। ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦੁਆਰ। ਕਿਆ ਬਾਤ ਹੈ ਮਹਾਰਾਜ। ਇੱਕ ਪੰਕਤੀ ਵਿੱਚ ਸਾਰੇ ਜੀਵਨ ਦੀ ਕੁੰਜੀ ਖਲੋ ਗਈ ਹੈ। ਦੋ ਗੱਲਾਂ ਸਮਝਣੀਆਂ ਹਨ। ਪਹਿਲੇ ਤੇ ਨਾਮ ਨੂੰ ਸੁਣਦਾ ਹਾਂ ਮੈਂ, ਮੇਰੇ ਅੰਦਰ ਵਿੱਚ ਵਾਸ ਕਰਦਾ ਹੈ। ਫਿਰ ਨਾਮ ਜਿਵੇਂ ਇੱਕ ਸੁੱਕੇ ਖੂਹ ਵਿੱਚ ਪਾਣੀ ਪਾਈਏ, ਉੱਪਰੋਂ ਖੂਹ ਸੁੱਕਾ ਹੈ,
ਅਸੀਂ ਕਹਿੰਦੇ ਇਹਦੇ 'ਚ ਪਾਣੀ ਖਿੱਚਣਾ ਹੈ, ਤਾਂ ਅਸੀਂ ਕਹਿੰਦੇ ਨਹੀਂ ਇਹ ਤਾਂ ਹਵਾ ਹੈ ਇਹਦੇ ਵਿੱਚ, ਤਾਂ ਪਾਣੀ ਨਹੀਂ ਖਿੱਚ ਪਾਵਾਂਗੇ। ਪਹਿਲੇ ਉੱਪਰੋਂ ਪਾਣੀ ਪਾਓ, ਵੈਕਿਊਮ ਖਤਮ ਕਰ ਦਿਓ ਜੀਵਨ ਦਾ। ਉੱਪਰੋਂ ਨਾਮ ਪਾ ਰਿਹਾ ਹਾਂ ਮੈਂ ਨਾਮ ਨੂੰ ਸੁਣਦਾ ਹਾਂ। ਫਿਰ ਉਸ ਤੋਂ ਬਾਅਦ ਜਿਹੜਾ ਇੱਕ ਸੋਮਾ ਹੈ ਨਾਮ ਦਾ ਮਨ ਦੇ ਅੰਦਰ ਬਹਿ ਰਿਹਾ, ਜਿਵੇਂ ਧਰਤੀ ਦੇ ਅੰਦਰ ਪਾਣੀ ਹੈ, ਉਸ ਨਾਲ ਜੁੜ ਜਾਂਦਾ ਹੈ। ਫਿਰ ਅਸੀਂ ਪੰਪ ਤੋਂ ਪਾਣੀ ਖਿੱਚ ਲੈਂਦੇ ਹਾਂ ਔਰ ਫਿਰ ਖਿੱਚਦੇ ਹੀ ਰਹਿੰਦੇ ਹਾਂ। ਇੱਕ ਓਸ਼ਨ ਆਫ ਵਾਟਰ, ਅਸੀਮ ਆਨੰਦ ਗੁਰੂ ਕਹਿੰਦੇ ਹਨ। ਭਗਤ ਕਬੀਰ ਪਿਆਰੀ ਗੱਲ ਕਰਦੇ ਸੀ। ਗੁਸਲ ਕਰਦਨ ਬੂਦ ਆਸਮਾਨ ਬਿਆਨੇ ਲਹਿੰਗ ਦਰਿਆ। ਇੱਕ ਦਰਿਆ ਬਹਿ ਰਿਹਾ ਹੈ, ਦੇਖ ਤਾਂ ਸਹੀ। ਆਸਮਾਨ ਉਹ 10ਵੇਂ ਦੁਆਰ ਦੇ ਵਿੱਚ ਕੀ ਬਹਿ ਰਿਹਾ ਹੈ, ਦੇਖ ਤਾਂ ਸਹੀ। ਗੁਸਲ ਕਰਦਨ ਬੂਦ, ਇਸ਼ਨਾਨ ਕਰ ਲੈ ਉਹਦੇ 'ਚ। ਆਨੰਦ ਦਾ ਦਰਿਆ ਬਹਿ ਰਿਹਾ, ਡੁਬਕੀ ਮਾਰ ਲੈਣਾ। ਸਾਰੇ ਜੀਵਨ ਦੀ ਖੇੜੀ ਇੱਥੇ 'ਚ ਲਿਖੀ ਹੈ। ਇੱਕ ਡੁਬਕੀ ਨਹੀਂ ਮਾਰੀ ਆ ਜੀਵਨ, ਜਾਣਿਆ ਨਹੀਂ ਆਨੰਦ ਕੀ ਹੈ। ਅਸੀਂ ਫਿਰ ਦੁੱਖ ਦੇ ਨਾਲ ਪ੍ਰਸ਼ਨ ਉਠਾਉਂਦੇ ਹਾਂ, ਦੁੱਖ ਕਿਉਂ ਆਇਆ ਹੈ। ਗੁਰਬਾਣੀ ਭਗਤ ਕਬੀਰ ਕੀ ਕਹਿ ਰਹੇ ਹਨ ਮਹਾਰਾਜ? ਆਸਮਾਨ ਮਿਆਨੇ ਲਹਿੰਗ ਦਰਿਆ ਗੁਸਲ ਕਰਦਨ ਬੂਦ। ਇੱਥੇ ਗੁਰੂ ਕਹਿ ਰਹੇ ਹਨ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ। ਨਾਉ ਸੁਣ ਮਨ ਰਹਿਸੀਏ। ਨਾਉ ਨੂੰ ਸੁਣਦਾ ਹਾਂ ਮੈਂ। ਜਦੋਂ ਮੇਰਾ ਹੰਕਾਰ ਗਿਰਿਆ, ਮਨ ਇਕਾਗਰ ਹੋਇਆ, ਇੱਕ ਚਿੱਤ ਹੋਇਆ, ਮੈਂ ਸੁਣਨ 'ਚ ਬਹਿ ਗਿਆ, ਲੀਨ ਹੋ ਗਿਆ ਹੁਣ ਨਾਮ ਵਿੱਚ। ਹੁਣ ਕੀ ਹੋਇਆ? ਫਿਰ ਰਹਿਸ ਖੁੱਲਿਆ। ਇਹ ਰਹਿਸ ਦੇ ਦੋ ਮੀਨਿੰਗ ਨਿਕਲਦੇ ਹਨ। ਮਨ ਦੇ ਵਿੱਚ ਰਹੱਸ ਕੀ ਹੈ? ਕੀ ਸੀਕਰਟ ਹੈ ਮਨ ਵਿੱਚ? ਮਨ ਆਨੰਦ ਰੂਪ ਹੈ ਮਹਾਰਾਜ। ਇਹ ਰਹੱਸ ਮੈਂ ਨਹੀਂ ਜਾਣਦਾ। ਇਹ ਰਹੱਸ ਖੁੱਲ ਜਾਂਦਾ ਹੈ, ਫਿਰ ਗੁਰੂ ਕਰਕੇ ਖੁੱਲਦਾ ਹੈ। ਫਿਰ ਅਗਰ ਖੁੱਲ ਗਿਆ ਫਿਰ ਕੀ ਹੁੰਦਾ ਹੈ ਮਹਾਰਾਜ? ਤਾਂ ਪਾਏ ਮੋਖ ਦੁਆਰ। ਫਿਰ ਮੁਕਤੀ ਦਾ ਦੁਆਰ ਖੁੱਲ ਗਿਆ, ਆਜ਼ਾਦ ਹੋ ਗਏ। ਹੁਣ ਮੇਰਾ ਸੁੱਖ ਸਰੀਰ ਦੇ ਨਾਲ ਬੰਧਨ ਵਿੱਚ ਨਹੀਂ ਹੈ। ਸਰੀਰ ਭੋਗ ਸਕਦਾ ਹਾਂ ਮੈਂ, ਠੀਕ ਹੈ, ਪਰ ਮੈਂ ਬਣਿਆ ਨਹੀਂ ਹਾਂ। ਹੁਣ ਮੈਂ ਆਜ਼ਾਦ ਹਾਂ। ਮੈਂ ਉਸ ਆਨੰਦ ਨੂੰ ਜਾਣਦਾ ਹਾਂ ਜਿਹੜਾ ਸਦਾ ਲਈ ਹੈ। ਨਾਨਕ ਭਗਤਾ ਸਦਾ ਵਿਗਾਸ। ਕਿਆ ਬਾਤ ਹੈ ਮਹਾਰਾਜ! ਇਸ ਪੰਕਤੀ ਵਿੱਚ ਕਿਤਨਾ ਕੁਝ ਕਹਿ ਦਿੱਤਾ ਗੁਰੂ ਨੇ ਇੱਕੋ ਪੰਕਤੀ ਵਿੱਚ। ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦੁਆਰ। ਆਨੰਦ ਔਰ ਮੁਕਤੀ ਇੱਕੋ ਚੀਜ਼ਾਂ ਹਨ। ਇਹ ਆਨੰਦ ਕਿੱਥੇ ਹੈ? ਆਤਮਾ ਦੇ ਰਸ ਵਿੱਚ ਹੈ ਮਹਾਰਾਜ। ਗੁਰੂ ਕਹਿ ਰਹੇ ਹਨ ਆਤਮਾ ਦੇ ਵਿੱਚ ਇੱਕ ਰਸ ਹੈ ਨਾ, ਉਹ ਤਾਂ ਦੇਖ ਲੈ ਕੀ ਹੈ। ਬਾਹਰ ਦੇ ਰਸ ਤਾਂ ਭੋਗ ਰਹੇ ਹੋ, ਠੀਕ ਹੈ, ਪਰ ਉਸ ਆਤਮਾ ਬਾਰੇ ਕੀ? ਜਿਹੜਾ ਸਦਾ ਹੀ ਨਾਲ ਸੀ, ਉਸ ਨੂੰ ਵੀ ਤਾਂ ਟਟੋਲ ਲਈਏ। ਕੀ ਹੈ? ਆਜੀਵਨ ਇੱਕ ਛਾਇਆ ਚਲਦੀ ਹੈ ਨਾਲ, ਉਹ ਕੀ ਹੈ? ਉਹ ਕਿੱਥੇ ਲੱਭੇਗੀ? ਮਹਾਰਾਜ ਕਹਿ ਰਹੇ ਹਨ ਸੱਚਤਾ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ। ਇਹ ਜੁਗਤੀ ਜਾਣ ਲਵੋ। ਇਹ ਜੁਗਤੀ ਹੈ। ਕੀ ਜੁਗਤੀ ਹੈ ਮਹਾਰਾਜ? ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੇਉ। ਜਿਵੇਂ ਧਰਤੀ ਨੂੰ ਅਸੀਂ ਸਾਫ਼ ਕਰਦੇ ਆ, ਤਿਆਰੀ ਕਰਦੇ ਆ, ਉਹਦੇ ਬੀਜ ਬੋਂਦੇ ਆ, ਇਵੇਂ ਆਤਮਾ ਦੀ ਧਰਤੀ ਵੀ ਤਿਆਰ ਕਰ ਲਈਏ, ਮਨ ਨੂੰ ਵੀ ਤਿਆਰ ਕਰ ਲਈਏ। ਵਿੱਚ ਦੇ ਕਰਤਾ, ਉੱਥੇ ਵੀ ਬੀਜ ਬੋ ਕਰਤੇ ਦਾ। ਨਿਰੰਕਾਰ ਵਸਦਾ ਹੈ ਉੱਥੇ। ਤਿਆਰ ਤਾਂ ਕਰੀਏ, ਨਾਮ ਨਾਲ ਤਿਆਰ ਹੋਏਗਾ ਮਹਾਰਾਜ ਦੱਸਦੇ ਹਨ। ਇੱਕ ਇੱਕ ਪੰਕਤੀ ਸਿਰ ਝੁਕਾ ਦਿੰਦੀ ਹੈ ਮਹਾਰਾਜ। ਚੁੰਮਾ ਪੈਰ ਮੂੰਹ, ਇਉਂ ਲੱਗਦਾ ਹੈ। ਸੱਚਤਾ ਪਰ ਜਾਣੀਏ ਜਾਂ ਸਿੱਖ ਸੱਚੀ ਲੈ। ਇਹ ਸਿੱਖਿਆ ਸੱਚੀ ਹੈ ਮਹਾਰਾਜ। ਇਹ ਸੱਚ ਦੀ ਵਸਤੂ ਹੈ, ਇਸ ਨੂੰ ਕਮਾ ਲਈਏ। ਇਹ ਉਹ ਵਸਤੂ ਹੈ ਜਿਹੜੀ ਸਾਡੇ ਤੋਂ ਕੋਈ ਲੈ ਨਹੀਂ ਪਾਏਗਾ। ਫਿਰ
ਗੱਲ ਇੱਥੇ ਸਾਰੀ ਰੁਕਦੀ ਹੈ। ਜੀਵਨ ਵਿੱਚ ਜੋ ਵੀ ਸੁੱਖ ਦੇ ਐਕਸਪੀਰੀਅੰਸਿਸ ਕਿਸੇ ਵੀ ਕਾਰਨ ਕਰਕੇ ਹੋਣਗੇ, ਉਹ ਲੈ ਲਏ ਜਾਣਗੇ ਇੱਕ ਦਿਨ। ਤਾਂ ਜਿਹੜੀ ਚੀਜ਼ ਲਈ ਜਾ ਸਕਦੀ ਹੈ, ਉਹ ਬਾਣੀ ਉਸ ਨੂੰ ਮੁੱਲ ਨਹੀਂ ਪਾਉਂਦੀ। ਉਹ ਐਬਸੋਲੂਟ ਨਹੀਂ ਹੈ, ਉਹ ਰਿਲੇਟਿਵ ਹੈ। ਮੈਨੂੰ ਮਾਇਆ ਐਸੇ ਚੀਜ਼ ਵਿੱਚ ਦਿਖ ਰਹੀ ਹੈ, ਮੈਂ ਉਸ ਨੂੰ ਪਰਮਾਨੈਂਟ ਸਮਝ ਰਿਹਾ ਹਾਂ, ਪਰ ਉਹ ਹੈ ਟੈਂਪਰਰੀ। ਪੈਸੇ ਕਰਕੇ ਮੈਨੂੰ ਸੁੱਖ ਭੋਗਦਾ ਹਾਂ ਮੈਂ, ਮੈਨੂੰ ਲੱਗਦਾ ਹੈ ਸਦਾ ਲਈ ਹੈ, ਉਹ ਨਹੀਂ ਹੈ। ਹੁਣ ਜਿਤਨਾ ਵੀ ਮਾਇਆ ਆਈ, ਪੈਸਾ ਆਇਆ, ਉਹ ਇੱਕ ਦਿਨ ਜਾਏਗਾ, ਉਸ ਦਿਨ ਦੁੱਖ ਬਣ ਜਾਏਗਾ। ਇਸੇ ਤਰ੍ਹਾਂ ਰਿਲੇਸ਼ਨਸ਼ਿਪਸ ਹਨ, ਅਹੁਦੇ ਹਨ, ਮਾਨ ਅਪਮਾਨ, ਜੀਵਨ ਦਾ ਸਟੇਟਸ, ਸਾਰਾ ਸਰੀਰ ਇਸੇ ਤਰ੍ਹਾਂ ਹੀ ਹੈ। ਸਰੀਰ ਵੀ ਮਿਲਿਆ, ਇੱਕ ਦਿਨ ਲੈ ਲਏਗਾ। ਸਰੀਰ ਜੀਵਨ ਨਹੀਂ ਹੈ, ਜੀਵਨ ਆਤਮਾ ਹੈ। ਆਤਮਾ ਕਰਕੇ ਸਰੀਰ ਹੈ, ਨਹੀਂ ਤਾਂ ਸਰੀਰ ਤਾਂ ਉਹੀ ਮਿੱਟੀ, ਉਹੀ ਰਾਖ। ਅਸੀਂ ਉਸੇ ਰਾਖ ਨੂੰ ਸਭ ਕੁਝ ਸਮਝੀ ਬੈਠੇ ਹਾਂ, ਦੁੱਖ ਦੇ ਕਾਰਨ ਉੱਥੇ ਫਸੇ ਹਨ। ਕਿਤਨੀ ਡੂੰਘੀ ਗੱਲ ਗੁਰੂ ਸਾਹਿਬ ਨੇ ਕਹਿ ਦਿੱਤੀ ਅੱਜ। ਸੱਚਤਾ ਪਰ ਜਾਣੀਏ, ਜਾਂ ਸਿੱਖ ਸੱਚੀ ਲੈ, ਇਹ ਸੱਚ ਨੂੰ ਕਮਾ ਲਈਏ। ਜੀਵਨ ਵਿੱਚ ਝੂਠ ਹੀ ਕਮਾਈ ਜਾ ਰਹੇ ਹਾਂ। ਪ੍ਰੇਮ ਗੁਰੂ ਦੀ ਬਾਣੀ ਨਾਲ ਮਨ ਬਦਲੀ ਹੋ ਜਾਂਦਾ ਹੈ ਮਹਾਰਾਜ। ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਜਦੋਂ ਮਨ ਵਿੱਚ ਪ੍ਰੇਮ ਉੱਠਦਾ ਹੈ ਤਾਂ ਦਇਆ ਉੱਠਦੀ ਹੈ ਉੱਥੋਂ। ਫਿਰ ਜਿਸ ਦਇਆ ਵਿੱਚ ਹੰਕਾਰ ਹੈ, ਉਹ ਦਇਆ ਨਹੀਂ ਹੈ ਮਹਾਰਾਜ, ਉਹ ਹੰਕਾਰ ਹੈ। ਉਹ ਫਿਰ ਪੌੜੀ ਵਿੱਚ ਸਮਝਾਇਆ ਸੀ 2-3 ਪੌੜੀਆਂ ਪਹਿਲੇ ਕਿ ਦੇ ਦੇ ਮੰਗੇ ਸਹਿਸਾ ਗੁਣਾ। ਦਿੰਦਾ ਤੇ ਹੈ, ਪਰ ਕਹਿੰਦਾ ਮੈਨੂੰ ਕਈ ਗੁਣਾ ਹੋਰ ਵਾਪਸ ਮਿਲੇ। ਐਨੀਥਿੰਗ ਗਿਵਨ ਵਿਦ ਐਕਸਪੈਕਟੇਸ਼ਨ, ਉਹ ਗਿਵਿੰਗ ਨਹੀਂ ਹੈ ਮਹਾਰਾਜ, ਉਹ ਤਾਂ ਹੰਕਾਰ ਹੀ ਹੈ। ਦੇਣਾ ਤਾਂ ਉਹ ਹੈ ਜਿਹੜਾ ਪ੍ਰੇਮ ਨਾਲ ਦਿੱਤਾ ਗਿਆ, ਉਹਦੇ 'ਚ ਕੋਈ ਹਿਸਾਬ ਨਹੀਂ ਹੈ। ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਫਿਰ ਮੇਰੀ ਦੁਨੀਆ ਵੀ ਮੈਨੂੰ ਪੂਜੇ ਕਿ ਵੱਡਾ ਕਵੇ। ਇਹ ਤੇ ਹੰਕਾਰ ਹੈ, ਇਹ ਦੇਣਾ ਨਹੀਂ ਹੈ, ਨਾ ਦਇਆ ਹੈ ਇੱਥੇ। ਗੁਰੂ ਕਹਿੰਦੇ ਦਇਆ ਜਾਣੇ ਜੀ ਕੀ, ਜੀ ਜੀਵਨ ਦੀ ਦਇਆ। ਆਤਮਾ ਤੋਂ ਇੱਕ ਦਇਆ ਆ ਰਹੀ ਹੈ, ਜਿਸ ਕਾਰਨ ਕਰਕੇ ਅਸੀਂ ਤੁਸੀਂ ਜੀ ਰਹੇ ਹਾਂ। ਇਹ ਨਿਰੰਕਾਰ ਦੀ ਦਇਆ ਹੈ, ਉਹ ਦੇ ਰਿਹਾ ਹੈ ਸਾਨੂੰ। ਕਿਛ ਪੁੰਨਦਾਨ ਕਰੇ, ਫਿਰ ਕੁਝ ਪੁੰਨੀ ਪੁੰਨਦਾਨ, ਨਾਮ ਸਿਮਰਨ ਦਾ ਵੀ ਕੁਝ ਗੱਲ ਚੱਲਦੀ ਹੈ ਨਾਲ। ਸਭ ਤੋਂ ਵੱਡਾ ਦਾਨ ਨਾਮ ਦਾ ਦਾਨ ਹੈ। ਫਿਰ ਜਦੋਂ ਆਤਮਾ ਦਾ ਪ੍ਰੇਮ ਉੱਠਦਾ ਹੈ, ਫਿਰ ਪ੍ਰੇਮ ਦੀ ਗੱਲ ਅੱਗੇ ਵੱਧਦੀ ਹੈ। ਆਲੇ ਦੁਆਲੇ ਪ੍ਰੇਮ ਬਿਖਰਦਾ ਹੈ। ਇੱਕ ਫੁੱਲ ਖਿੜਿਆ ਹੈ, ਖੁਸ਼ਬੂ ਸਾਰੇ ਬਾਗ ਵਿੱਚ ਆਏਗੀ। ਕਿਵੇਂ ਆਏਗੀ ਮਹਾਰਾਜ? ਸੱਚ ਤਾ ਪਰ ਜਾਣੀਏ, ਜਾਂ ਆਤਮ ਤੀਰਥ ਕਰੇ ਨਿਵਾਸ। ਆਤਮਾ ਦੇ ਐਕਸਪੀਰੀਅੰਸ ਨੂੰ ਜਾਣ ਲਈਏ। ਤੀਰਥ ਸਾਰੇ ਦੁਨੀਆ ਦੇ ਉਹਦੇ ਵਿੱਚ ਹਨ। ਜਾਣਾ ਤਾਂ ਉੱਥੇ ਹੈ ਅਸੀਂ। ਆਤਮ ਤੀਰਥ, ਤੀਰਥ ਨਾਮ ਹੈ। ਅਸੀਂ ਬਾਹਰ ਲੱਭਦੇ ਹਾਂ ਤੀਰਥ, ਤੀਰਥ ਅੰਤਰ ਹੈ। ਮਨ ਨੂੰ ਸ਼ੁੱਧ ਕਰਨਾ ਹੈ, ਔਰ ਉੱਥੋਂ ਮਹਾਰਾਜ ਕਹਿ ਰਹੇ ਹਨ ਤੀਰਥ ਸ਼ੁਰੂ ਹੁੰਦਾ ਹੈ। ਅਸੀਂ ਉਸ ਤੀਰਥ ਵੱਲ ਜਾਂਦੇ ਨਹੀਂ ਹਾਂ, ਨਾ ਸਮਾਂ ਦੇ ਰਹੇ ਹਾਂ, ਨਾ ਸ਼ਕਤੀ ਦੇ ਰਹੇ ਹਾਂ, ਨਾ ਐਫਰਟ ਕਰ ਰਹੇ ਹਾਂ, ਨਾ ਉਹਦਾ ਪ੍ਰਸ਼ਨ ਪੁੱਛ ਰਹੇ ਹਾਂ, ਤਾਂ ਰਿਜ਼ਲਟਸ ਉਹਦੇ ਐਕਸਪੈਕਟ ਕਰ ਰਹੇ ਹਾਂ। ਬੀਜੇ ਬਿਖ ਮੰਗੇ ਅੰਮ੍ਰਿਤ, ਇਹ ਸਾਡੀ ਗੱਲ ਹੈ। ਗੁਰੂ ਕੀ ਕਹਿ ਰਿਹਾ? ਆਤਮਾ ਨੂੰ ਜਾਣੀਏ। ਕਿਵੇਂ ਜਾਣਾਂਗੇ? ਬਾਹਰ ਨਹੀਂ, ਅੰਦਰ ਜਾਣਾ ਪਏਗਾ। ਕਿਵੇਂ ਜਾਣੀਏ? ਮਹਾਰਾਜ ਕਹਿੰਦੇ ਸਤਿਗੁਰੂ ਨੂੰ ਪੁੱਛ ਕੇ। ਗੁਰੂ ਦੇ ਨਾਲ ਬੈਠਣਾ, ਪੁੱਛ ਬਹਿ ਕਰੇ ਨਿਵਾਸ। ਗੁਰੂ ਦੇ ਨਾਲ ਬੈਠੇ, ਥਿਰ ਕੀਤਾ ਮਨ, ਆਪਣੇ ਅੰਤਰ ਵਿੱਚ ਨਿਵਾਸ ਕੀਤਾ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ। ਅਸੀਂ ਦੁੱਖ ਦੇ ਕਾਰਨ ਲੱਭਦੇ ਹਾਂ ਮਹਾਰਾਜ,
ਇਹ ਪੰਕਤੀ ਕੀ ਕਹਿ ਰਹੀ ਹੈ? ਸਾਰੇ ਦੁੱਖ ਦੇ ਕਾਰਨ ਬਾਹਰਮੁਖੀ ਜੀਵਨ ਕਰਕੇ ਹਨ। ਗੁਰੂ ਕਹਿ ਰਿਹਾ ਹੈ ਸੱਚ ਸਭਨਾ ਹੋਏ ਦਾਰੂ। ਸਾਰੇ ਦੁੱਖਾਂ ਦਾ, ਸਾਰੇ ਰੋਗਾਂ ਦਾ, ਸਭ ਅੜਚਨਾਂ ਦਾ, ਕਨਫਿਊਜ਼ਨਸ ਦਾ ਸੱਚ ਉਹਦਾ ਹੱਲ ਹੈ। ਉਸ ਸੱਚੇ, ਉਸ ਆਤਮਿਕ ਜੀਵਨ, ਉਸ ਆਤਮਿਕ ਰਸ ਦੇ ਵਿੱਚ ਸਭ ਕੁਝ ਛਿਪਿਆ ਹੈ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ। ਪਾਪ ਨੂੰ ਕੱਢ ਦਿੰਦਾ ਹੈ ਮਹਾਰਾਜ, ਮਨ ਨੂੰ ਧੋ ਦਿੰਦਾ ਹੈ। ਜਿਵੇਂ ਇੱਕ ਪੌਂਡ ਦੇ ਵਿੱਚ ਸਭ ਕੁਝ ਮਟੀਲਾ ਹੋਇਆ ਤਾਂ ਦਿਖਦਾ ਨਹੀਂ ਹੈ ਥੱਲੇ ਕੀ ਹੈ, ਪਰ ਉਸ ਨੂੰ ਅਸੀਂ ਰੈਸਟ ਕਰਨ ਦਈਏ, ਸਾਰੀ ਮਿੱਟੀ ਬੈਠ ਜਾਏ, ਪਾਣੀ ਸਾਫ਼ ਦਿਖੇਗਾ, ਉਹਦੇ ਤਲ ਵਿੱਚ ਕੀ ਹੈ ਉਹ ਦਿਖੇਗਾ। ਇਵੇਂ ਮਨ ਦੇ ਵਿੱਚ ਵੀ ਜਦੋਂ ਮਨ ਦੀ ਮਿੱਟੀ ਬੈਠ ਜਾਂਦੀ ਹੈ, ਸ਼ੁੱਧ ਹੋ ਜਾਏ ਮਨ, ਤਾਂ ਮਹਾਰਾਜ ਕਹਿੰਦੇ ਨੇ ਮਨ ਸਾਫ਼ ਦਿਖਦਾ ਹੈ। ਮਨ ਦੇ ਵਿੱਚ, ਅੰਤਰ ਵਿੱਚ ਕੀ ਵਾਸ ਹੈ, ਔਰ ਉਹ ਕੀ ਹੈ? ਸਭ ਰੋਗਾਂ ਦਾ ਹੱਲ ਹੈ ਮਹਾਰਾਜ। ਅਸੀਂ ਰੋਗ ਦਾ ਹੱਲ ਬਾਹਰਮੁਖੀ ਜੀਵਨ ਵਿੱਚ ਹੀ ਲੱਭ ਰਹੇ ਹਾਂ, ਪਰ ਗੁਰੂ ਕਹਿ ਰਿਹਾ ਇੱਕ ਆਤਮਿਕ ਜੀਵਨ ਹੈ ਜਿੱਥੇ ਸਾਰੇ ਰੋਗਾਂ ਦਾ ਹੱਲ ਹੈ। ਇੱਕ ਸ਼ਬਦ ਆਉਂਦਾ ਸਮਾਧੀ, ਸਮਾਧਾਨ, ਸਾਰੇ ਸੋਲਿਊਸ਼ਨਸ। ਸਿੱਧ ਗੋਸ਼ਟ ਵਿੱਚ ਸਾਹਿਬ ਨੇ ਬਾਰ-ਬਾਰ ਸੁਣਨ ਦੀ ਗੱਲ ਚਲਾਈ ਸੀ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ। ਫਿਰ ਜੀਵਨ ਦਾ ਐਟੀਟਿਊਡ ਵੀ ਬਦਲ ਗਿਆ। ਸੱਚ ਨੂੰ ਮੈਂ ਜਾਣ ਲਿਆ ਤਾਂ ਪਾਪ ਧੁੱਲ ਗਿਆ। ਈਗੋ ਨਹੀਂ ਰਹੀ, ਪਾਪ ਵੀ ਨਹੀਂ ਰਿਹਾ। ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ। ਜਿਹਨੂੰ ਸੱਚ ਪੱਲੇ ਹੋ ਗਿਆ, ਇਹ ਕਿਵੇਂ ਮਿਲੇਗਾ ਸੱਚ? ਘੜੀਏ ਸਬਦ ਸੱਚੀ ਟਕਸਾਲ। ਗੁਰੂ ਸਾਹਿਬ ਨੇ ਸਾਨੂੰ ਸਿੱਧ ਗੋਸ਼ਟ ਵਿੱਚ ਇੱਕ ਬੜੀ ਲਾਈਫ ਚੇਂਜਿੰਗ ਗੱਲ ਚਲਾਈ ਸੀ। ਜੈਸੇ ਜਲ में कमल निरालम, मुरगाई ने साणे, सुरत शब्द भवसागर तरिए, नानक नाम बखाने। सुरत और शब्द देस मिलन नाल अंतर्मुखी जीवन खुलता है महाराज। ਇਹ ਬਾਣੀ ਕਹਿ ਰਹੀ ਹੈ, ਮੈਨੂੰ ਐਕਸਪੀਰੀਅੰਸ ਨਹੀਂ ਹੈ, ਪਰ ਬਾਣੀ ਕਹਿ ਰਹੀ ਹੈ। ਪ੍ਰਸ਼ਨ ਉੱਠਦਾ ਹੈ ਕਿ ਇਸ ਸੁਰਤ ਔਰ ਸ਼ਬਦ ਦੀ ਖੇਡ ਦੇ ਵਿੱਚ ਮੈਂ ਕਿਤਨੀ એનર્ਜੀ ਕਮਿਟ ਕਰ ਰਿਹਾ ਹਾਂ। ਇਹ ਰੈਲੇਵੈਂਟ ਕੁਐਸਚਨ ਹੈ। ਮੇਰੀ ਕਿਤਨੀ ਸ਼ਕਤੀ ਲੱਗਦੀ ਹੈ, ਔਰ ਅਗਰ ਮੈਂ ਉਸ ਵੱਲ ਨਹੀਂ ਕਰ ਰਿਹਾ ਤਾਂ ਮੈਂ ਉਹਦੇ ਰਿਜ਼ਲਟਸ ਐਕਸਪੈਕਟ ਨਹੀਂ ਕਰਨੇ ਚਾਹੀਦੇ। ਮੈਨੂੰ ਬੀਜੇ ਬਿਕ ਮੰਗੇ ਅੰਮ੍ਰਿਤ, ਜੋ ਮੈਂ ਬੀਜ ਰਿਹਾ ਹਾਂ ਮੈਨੂੰ ਉਹੀ ਮਿਲੇਗਾ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਏ, ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਇਹ ਹੁਣ ਹੁਕਮ ਦੇ ਵਿੱਚ ਆ ਔਰ ਜਾ ਰਿਹਾ ਹੈ। ਅਸੀਂ ਕਿਵੇਂ ਜਨਮ ਲਿਆ? ਮਹਾਰਾਜ ਨੂੰ ਪੁੱਛਿਆ ਸਿੱਧ ਗੋਸ਼ਟ ਵਿੱਚ, ਕਹਾਂ ਤੇ ਆਵੇ, ਕਿਧਰੋਂ ਆਇਆ ਹੈ? ਅਸੀਂ ਸਰੀਰ ਵਿੱਚ ਕਿਵੇਂ ਆਏ ਹਾਂ? ਇੱਕ ਹੁਕਮ ਹੈ। ਐਸੇ ਸਰੀਰ ਔਰ ਆਤਮਾ ਦਾ ਮਿਲਣ ਨਿਰੰਕਾਰ ਦੇ ਆਰਡਰ ਦੇ ਬਿਨਾਂ ਨਹੀਂ ਹੋ ਸਕਦਾ, ਉਹਦੇ ਹੁਕਮ ਨਾਲ ਹੁੰਦਾ ਹੈ। ਮੇਰੇ ਮਾਸਟਰ ਇੱਕ ਬੜੇ ਵੱਡੇ ਡਾਕਟਰ ਸਨ, ਉਹ ਕਰਦੇ ਸਨ ਓਪਨ ਹਾਰਟ ਸਰਜਰੀ। ਤਾਂ ਉਹਨਾਂ ਨੇ ਇੱਕ ਦਿਨ ਮੈਨੂੰ ਕਿਹਾ ਕਿ ਮੈਂ ਹਾਰਟ ਨੂੰ ਕੱਟ ਦਿੰਦਾ ਹਾਂ, ਡੈਡ ਕਰ ਦਿੰਦਾ, ਫਿਰ ਆਪਰੇਟ ਕਰਦਾ, ਫਿਰ ਜਦ ਵਾਪਸ ਕਨੈਕਟ ਕਰਦਾ ਹਾਂ ਤਾਂ ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਹਾਰਟ ਕਿਵੇਂ ਦੁਬਾਰਾ ਪੰਪਿੰਗ ਸ਼ੁਰੂ ਕਰਦਾ ਹੈ। ਮੈਂ ਤੇ ਕੁਛ ਨਹੀਂ ਕੀਤਾ, ਮੈਂ ਤਾਂ ਡਿਸਕਨੈਕਟਡ ਸੀ, ਬਸ ਕਨੈਕਟ ਹੀ ਕੀਤਾ, ਤੇ ਕਿਸੇ ਹੁਕਮ ਵਿੱਚੋਂ ਜਾਨ ਆ ਰਹੀ ਹੈ। ਇਸੇ ਤਰ੍ਹਾਂ ਅਸੀਂ ਸਾਰਿਆਂ ਨੇ ਜਨਮ ਲਿਆ, ਉਹਦੇ ਹੁਕਮ ਵਿੱਚ ਲਿਆ। ਉਸਨੇ ਆਰਡਰ ਕੀਤਾ ਕਿ ਇਹ ਰੂਹ, ਇਹ ਆਤਮਾ ਇਸ ਸਰੀਰ ਦੇ ਨਾਲ ਜੁੜ ਜਾਏ, ਤਾਂ ਜੀਵਨ ਆ ਗਿਆ। ਹੁਕਮੇ ਆਵੇ, ਹੁਕਮੇ ਜਾਵੇ। ਫਿਰ ਟੁੱਟ ਗਿਆ ਜੀਵਨ, ਆਤਮਾ ਔਰ ਸਰੀਰ ਦਾ ਇਹ ਸੰਬੰਧ ਟੁੱਟ ਗਿਆ, ਹੁਣ ਇਹ ਚਲਾ ਗਿਆ। ਔਰ ਇਹਦੇ ਵਿੱਚ ਤੀਸਰੀ ਗੱਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਹੁਕਮੇ ਰਹੇ ਸਮਾਏ। ਅਗਰ ਉਹਦਾ ਹੁਕਮ ਹੋ ਜਾਏ ਫਿਰ ਅਸੀਂ ਸਮਾ ਵੀ ਜਾਵਾਂਗੇ। ਨਾਨਕ ਭਗਤਾ ਸਦਾ ਵਿਗਾਸ, ਇਹ ਸਮਾਨ ਦੀ ਗੱਲ ਹੈ।
ਜਿਸ ਨੂੰ ਤੁਰੀ ਅਵਸਥਾ ਕਿਹਾ ਹੈ ਮਹਾਰਾਜ ਨੇ। ਜੀਵਨ ਨੂੰ ਇੱਕ ਪ੍ਰੋਜੈਕਟ ਦੀ ਤਰ੍ਹਾਂ ਲੈ ਕੇ ਮੈਂ ਨਾਮ ਵੱਲ ਆਪਣੇ ਮਨ ਨੂੰ ਭਿਜਾਣਾ ਸ਼ੁਰੂ ਕਰਾਂ, ਇੱਕ ਸੰਗਤ ਬਣਾਵਾਂ, ਐਨਰਜੀ ਕਮਿਟ ਕਰਾਂ, ਮੈਂ ਤੇ ਬਦਲੀ ਹੋਵਾਂਗਾ ਹੀ, ਆਲਾ ਦੁਆਲਾ ਵੀ ਬਦਲ ਜਾਏਗਾ। ਗੁਰੂ ਨੇ ਬੜੀ ਨਿਰਾਲੀ ਗੱਲ ਇਸ ਪੰਕਤੀ ਵਿੱਚ ਕੀਤੀ ਹੈ। ਮੈਂ ਜਦੋਂ ਵਿਚਾਰ ਰਿਹਾ 2 ਦਿਨ ਤੋਂ, ਕਈ ਵਾਰ ਮਨ ਖਲੋ ਗਿਆ, ਜੀਵਨ ਨੂੰ ਮੈਂ ਕਿਵੇਂ ਜੀ ਰਿਹਾ ਹਾਂ, ਗੁਰੂ ਕੀ ਕਹਿ ਰਿਹਾ ਹੈ ਜੀਵਨ ਬਾਰੇ। ਫਿਰ ਮੈਂ ਸੁਣਦਾ ਵੀ ਨਹੀਂ ਹਾਂ, ਮੈਂ ਆਪਣੇ ਹੰਕਾਰ ਤੋਂ ਹੀ ਸੁਣਦਾ ਹਾਂ, ਪਰ ਗੁਰੂ ਕਹਿ ਰਿਹਾ ਹੈ ਕਿ ਗੁਰੂ ਨਾਲ ਬੈਠ ਕੇ ਸੁਣ ਲੈ। ਸਤਿਗੁਰ ਨੂੰ ਪੁੱਛ ਕੇ, ਗੁਰੂ ਨੂੰ ਪੁੱਛ, ਫਿਰ ਉਹਦੀ ਸੁਣ ਤਾਂ ਸਹੀ, ਕੀ ਕਹਿ ਰਿਹਾ ਹੈ ਗੁਰੂ। ਬਹਿ ਕਰੇ ਨਿਵਾਸ, ਆਪਣੇ ਮਨ ਦੇ ਵਿੱਚ ਨਿਵਾਸ ਕਰ ਲੈ, ਬੈਠ ਜਾ, ਫਿਰ ਸੁਣ। ਇਹ ਗੱਲ ਵੀ ਖੋਲਣਗੇ ਮਹਾਰਾਜ। ਚੁੰਮਾ ਪੈਰ ਮੂੰਹ, ਪੌੜੀ, ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਗੁਰੂ ਹੁਣ ਕਹਿ ਰਹੇ ਹਨ, ਨੀਵਾਂ ਹੋ ਕੇ ਜੀ, ਜੀਵਨ ਵਿੱਚ ਵੱਡਾ ਹੋ ਕੇ ਨਾ ਜੀ। ਉਸ ਦਾਨ ਨੂੰ ਲੱਭ ਜਿਹੜਾ ਉਹਦੀ ਤਲੀ ਤੋਂ ਮਿਲਦਾ ਹੈ, ਜਿਸ ਬ੍ਰਹਮ ਗਿਆਨੀ ਤੋਂ, ਉਹਦੀ ਪੈਰਾਂ ਦੀ ਤਲੀ ਲੱਭ। ਅਸੀਂ ਇਹਨੂੰ ਇਸ ਤਰ੍ਹਾਂ ਲੈ ਲਈਏ, ਸ਼ਬਦ ਨੂੰ ਮਨ ਵਿੱਚ ਵਸਾਈਏ। ਸਰੀਰ ਕਿਹਦਾ ਲੱਭਾਂਗੇ, ਕਿਵੇਂ ਜਾਣਾਂਗੇ ਕੌਣ ਬ੍ਰਹਮ ਗਿਆਨੀ ਹੈ। ਤਾਂ ਮੈਂ ਸਮਝਦਾ ਵਾਂ ਅਸੀਂ ਸ਼ਬਦ ਦੇ ਨਾਲ ਲੀਨ ਹੋਈਏ, ਅਸੀਂ ਉਸ ਪਾਸੇ ਨੂੰ ਜਾਈਏ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਸ਼ਬਦ ਨੂੰ ਮਨ ਵਿੱਚ ਵਸਾਈਏ, ਉਹਦੀ ਤਲੀ, ਉਹਦੀ ਖਾਕ ਨੂੰ ਮਨ ਵਿੱਚ, ਮਸਤਕ ਵਿੱਚ ਲਗਾਉਣ ਦਾ ਮਤਲਬ ਇਹੀ ਬਣਦਾ ਹੈ। ਕੂੜਾ ਲਾਲਚ ਛੱਡੀਏ। ਇਹ ਸਭ ਲਾਲਚ ਹੈ ਜੋ ਅਸੀਂ ਕਰ ਰਹੇ ਹਾਂ। ਜਿਹੜਾ ਜੀਵਨ ਅਸੀਂ ਜੀ ਰਹੇ ਹਾਂ ਉਹਦੇ ਵਿੱਚ ਅਸੀਂ ਸੋਚ ਰਹੇ ਹਾਂ ਕਿ ਸਰੀਰ ਵੀ ਰਹੇਗਾ ਔਰ ਮੈਂ ਵੀ ਰਵਾਂਗਾ, ਔਰ ਮੈਂ ਹੁੰਦੇ ਹੋਏ ਮੈਂ ਲੱਭ ਕੀ ਰਿਹਾ ਹਾਂ, ਵਿਗਾਸ ਲੱਭ ਰਿਹਾ ਹਾਂ, ਸਦਾ ਲਈ ਆਨੰਦ ਲੱਭ ਰਿਹਾ ਹਾਂ। ਪਰ ਆਨੰਦ ਤਾਂ ਨਾਮ ਦੀ ਖੇਡ ਹੈ, ਹਉਮੈ ਦੀ ਖੇਡ ਨਹੀਂ ਹੈ। ਮੈਂ ਹਉਮੈ ਵਿੱਚ ਵੀ ਰਹਿਣਾ ਚਾਹੁੰਦਾ ਹਾਂ। I want to have my cake and eat it too। ਖਾ ਵੀ ਲਵਾਂ ਔਰ ਨਾਲ ਵੀ ਰਹੇ। ਹਉਮੈ ਨੂੰ ਤਿਆਗਣਾ ਹੈ, ਤਾਂ ਹੀ ਮਨ ਲੀਨ ਹੋ ਸਕਦਾ ਹੈ ਨਾਮ ਵਿੱਚ। ਤਾਂ ਮਹਾਰਾਜ ਕਹਿ ਰਹੇ ਨੇ, ਇਹ ਮੇਰਾ ਕੂੜਾ ਲਾਲਚ, ਝੂਠ ਦਾ ਲਾਲਚ ਹੈ ਜਿਹੜਾ ਮੈਂ ਕਰ ਰਿਹਾ ਕਿ ਹਉਮੈ ਰਹਿ ਜਾਏ ਮੇਰੇ ਕੋਲ। ਗੁਰੂ ਕਹਿ ਰਹੇ ਛੱਡ ਦੇ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲਖ ਧਿਆਈਏ। ਇੱਥੇ ਗੱਲ ਫਸ ਜਾਂਦੀ ਹੈ। ਮੈਂ ਇੱਕ ਮਨ ਨਹੀਂ ਹੁੰਦਾ, ਜਿਹੜੀ ਸਾਹਿਬ ਹਜ਼ੂਰ ਨੇ ਸੁਖਮਨੀ ਸਾਹਿਬ ਵਿੱਚ ਵੀ ਗੱਲ ਕੀਤੀ, ਸਾਵਧਾਨ ਇਕਾਗਰ ਚੀਤ, ਇੱਕ ਚਿੱਤ ਹੋਣਾ। ਮੇਰਾ ਮਨ ਹਮੇਸ਼ਾ ਫਲੋਇੰਗ ਹੈ, ਥਾਟ ਵਿੱਚ ਹੀ ਘੁੰਮਿਆ ਰਹਿੰਦਾ ਹੈ, ਕਦੇ ਇੱਕ ਮਨ ਨਹੀਂ ਹੈ। ਇਹਦਾ ਵੀ ਅਭਿਆਸ ਕਰਨਾ ਹੈ, ਧਿਆਨ ਲਿਆਣਾ ਹੈ ਜੀਵਨ ਵਿੱਚ। ਥਾਟ ਨੂੰ ਛੱਡਣ ਦੀ ਵਿਧੀ ਸਮਝਣੀ ਹੈ ਕੀ ਹੈ। ਥਾਟ ਨੂੰ ਗੇਰ ਦੇ ਕੇ ਮਨ ਇਕਾਗਰ ਹੋ ਜਾਂਦਾ, ਸੁਰਤ ਫਿਰ ਆਰੰਭ ਹੁੰਦੀ ਹੈ। ਸੁਰਤ ਦਾ ਮਤਲਬ ਥਾਟਲੈਸ ਮਾਈਂਡ ਹੈ। ਮੈਂ ਤਾਂ ਸਦਾ ਥਾਟਸ ਵਿੱਚ ਘੁੰਮਦਾ ਹਾਂ। ਇੱਥੇ ਫਿਰ ਕੀਰਤਨ ਅਭਿਆਸ ਕੰਮ ਆ ਸਕਦਾ ਹੈ। ਕੀਰਤਨ ਅਭਿਆਸ ਵਿੱਚ ਕਈ ਵਾਰ ਮਨ ਇਕਾਗਰ ਹੋ ਜਾਂਦਾ ਹੈ, ਤਾਂ ਮਹਾਰਾਜ ਨੇ ਫਿਰ ਕੀਰਤਨ ਸਾਨੂੰ ਬਖਸ਼ਿਆ। ਕੀਰਤਨ ਕਰ ਲਓ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲਖ ਧਿਆਈਏ। ਮਨ ਨੂੰ ਇਕਾਗਰ ਕਰ ਲਈਏ ਮਹਾਰਾਜ, ਫਿਰ ਉਹਦੇ ਧਿਆਨ ਵਿੱਚ ਬੈਠੀਏ, ਸ਼ਬਦ ਦੇ ਧਿਆਨ 'ਚ ਬੈਠੀਏ। ਬ੍ਰਹਮ ਗਿਆਨ ਦੀ ਗੱਲ ਕਰ ਰਹੇ ਹਾਂ, ਆਤਮਾ ਨਾਲ ਮਿਲਣ ਦੀ ਗੱਲ ਕਰ ਰਹੇ ਹਾਂ, ਕਾਲ ਨੂੰ ਫਤਿਹ ਕਰਨ ਦੀ ਗੱਲ ਕਰ ਰਹੇ ਹਾਂ। ਇਹ ਜਿਹੜੀਆਂ ਗੱਲਾਂ ਹਜ਼ੂਰ ਕਰਦੇ ਹਨ, ਇਹ ਬ੍ਰਹਮ ਗਿਆਨ ਦੀਆਂ ਗੱਲਾਂ ਹਨ, ਤੁਹਾਡੇ ਔਰ ਮੇਰੇ ਭਲੇ ਵਾਸਤੇ। ਹੋਰ ਕੁਛ ਨਹੀਂ ਹੈ ਇੱਥੇ ਅਦਰਵਾਈਜ਼। ਬਾਰ-ਬਾਰ ਸਮਝਾ ਰਹੇ ਹਨ ਕਿ ਕੂੜ ਦੇ ਨਾਲ ਵਾਹ ਨਾ ਪਾਣਾ, ਦੁੱਖ ਹੀ ਮਿਲੇਗਾ। ਫਿਰ ਅਖੀਰ ਕੀ ਕਹਿ ਰਹੇ ਹਨ, ਪੌੜੀ ਦੇ ਵਿੱਚ ਹੁਣ ਆ ਰਹੇ ਹਨ, ਫਲ ਦੇਵੋ ਪਾਈਏ, ਜਿਵੇਂ ਹੀ ਕਾਰ ਕਮਾਈਏ। ਜਿਸ ਤਰ੍ਹਾਂ ਦੀ ਅਸੀਂ ਕਾਰ ਕਮਾ ਰਹੇ ਹਾਂ,
ਫਲ ਦੇਵੋ। ਜਿਸ ਤਰ੍ਹਾਂ ਦੇ ਅਸੀਂ ਕੰਮ ਕਰ ਰਹੇ ਹਾਂ, ਜਿਸ ਤਰ੍ਹਾਂ ਦੇ ਕਰਮਾਂ ਵਿੱਚ ਅਸੀਂ ਜਾ ਰਹੇ, ਉਸ ਤਰ੍ਹਾਂ ਦਾ ਫਲ ਸਾਨੂੰ ਜੀਵਨ ਵਿੱਚ ਮਿਲੇਗਾ। ਫਲ ਦੇਵੋ ਪਾਈਏ, ਜਿਵੇਂ ਹੀ ਕਾਰ ਕਮਾਈਏ। ਉਸ ਤਰ੍ਹਾਂ ਦੀ ਹੀ ਸਾਨੂੰ ਰਿਜ਼ਲਟਸ ਮਿਲਣਗੇ ਜੀਵਨ ਵਿੱਚ। ਅਸੀਂ ਕੂੜ ਦਾ ਜੀਵਨ ਜੀਵਾਂਗੇ ਤੇ ਕੂੜ ਹੀ ਮਿਲੇਗਾ। ਸੱਚ ਵੱਲ ਮਨ ਨੂੰ ਤੋਰ ਦਿਆਂਗੇ ਤੇ ਸੱਚ ਜੀਵਨ ਵਿੱਚ ਹਾਜ਼ਰ ਹੋ ਜਾਏਗਾ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤੇ ਨਾ ਦੀ ਪਾਈਏ। ਮਹਾਰਾਜ ਕਹਿ ਰਹੇ ਹਨ, ਉਹਦੀ ਕਿਰਪਾ ਹੈ। ਮੈਨੂੰ ਉਸਨੇ ਜੀਵਨ ਦਿੱਤਾ, ਪੋਟੈਂਸ਼ੀਅਲ ਦਿੱਤਾ ਲਾਈਫ ਦਾ। ਇਹ ਉਹਦੀ ਕਿਰਪਾ ਹੈ। ਪੂਰਬ ਲਿਖੇ, ਮਿਲਣ ਹੋ ਜਾਏ, ਇੱਕ ਅਰਦਾਸ ਰਹੇ ਮਨ ਵਿੱਚ। ਉਸ ਸੱਤ ਨੂੰ ਕਮਾਉਣ ਦੀ ਵਿਧੀ ਜਾਣ ਲਈਏ, ਜੋ ਅੱਜ ਹਜ਼ੂਰ ਸਮਝਾ ਰਹੇ ਹਨ ਸਾਨੂੰ ਕਿ ਗੁਰੂ ਨਾਲ ਬੈਠ ਕੇ ਇੱਕ ਮਨ ਹੋ ਜਾ, ਸੁਣ ਪੂਰੀ ਤਰ੍ਹਾਂ ਗੱਲ। ਜੇ ਇਹ ਨਹੀਂ ਕਰਾਂਗੇ ਤਾਂ ਮਤ ਥੋੜੀ ਸੇਵ ਗਵਾਈਏ। ਤਾਂ ਜੋ ਕੀਤਾ ਸੋਚਿਆ ਉਹ ਵੀ ਗਵਾ ਗਏ। ਆਪਣੀ ਮਤ ਥੋੜੀ ਹੈ, ਸੇਵਾ ਵੀ ਗਵਾ ਲਈ ਹੈ, ਅਧੂਰੇ ਹੀ ਗਏ। ਗੁਰੂ ਕਹਿ ਰਿਹਾ, ਸੱਤ ਦਾ ਜੀਵਨ ਕਮਾਉਣ ਦਾ ਸਮਾਂ ਹੈ। ਉਸ ਵਿੱਚ ਉਸ ਵੱਲ ਹੀ ਜਾਈਏ, ਅੰਤਰਮੁਖੀ ਜੀਵਨ ਨੂੰ ਜੀਏ, ਤਾਂ ਹੀ ਉਹਦਾ ਲਾਭ ਮਿਲੇਗਾ। ਨਹੀਂ ਤਾਂ ਜੀਵਨ ਇਸੇ ਤਰ੍ਹਾਂ ਬੇਅਰਥ ਚਲਾ ਜਾਏਗਾ। ਅੱਜ ਦੇ ਵਾਸਤੇ ਇਤਨੀ ਹੀ ਵਿਚਾਰ ਪ੍ਰਵਾਨ ਕਰਨਾ। ਮੇਰੀ ਭੁੱਲਾਂ ਖਿਮਾ ਕਰ ਦੇਣਾ। ਬਹਾਵ ਵਿੱਚ ਕਈ ਗਲਤੀਆਂ ਵੀ ਹੋ ਜਾਂਦੀਆਂ ਹਨ। ਥੋੜਾ ਅਸਵਸਥ ਵੀ ਹਾਂ, ਇਸ ਕਰਕੇ ਵੀ ਮਾਫੀ ਦੇ ਦੇਣਾ। ਪਰ ਗੁਰੂ ਦੀ ਕਿਰਪਾ ਰਹੇ, ਆਪ ਦੀ ਸੰਗਤ ਦੀ ਕਿਰਪਾ ਰਹੇ, ਨਾਮ ਜੀਵਨ ਵਿੱਚ ਕਮਾ ਸਕੀਏ। ਇਹੀ ਅਰਦਾਸ ਅਸੀਂ ਸਾਰਿਆਂ ਵਾਸਤੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।